नमस्कार, देश दुनिया च SDT प्राइम देख रहे सारे दर्शकों का स्वागत। मैं हाँ शमी डाबरा। दोस्तों लैके हाजिर हाँ खास प्रोग्राम नगर कौंसल चोणां 2021। नगर कौंसल दीयां चोणां हो चुकियां ने, रिजल्ट आ चुके ने ते रिजल्ट तो बाद एक दूसरे ते दोष लगने लगाने भी शुरू हो चुके ने। ਕਿਹਾ ਜਾਂਦਾ ਹੈ ਕਿ ਰੋਪੜ ਜ਼ਿਲ੍ਹੇ ਦੇ ਵਿੱਚ ਜ਼ਿਆਦਾਤਰ ਸੀਟਾਂ ਦੇ ਉੱਤੇ ਕਾਂਗਰਸ ਜਾਂ ਕਾਂਗਰਸ ਦੇ ਸਮਰਥਿਤ ਆਜ਼ਾਦ ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ ਹੈ। ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦਾ ਇਹ ਦੋਸ਼ ਹੈ ਕਿ ਇਸ ਵਾਰ EVM ਦੇ ਵਿੱਚ ਹੇਰਾਫੇਰੀ ਹੋਈ ਹੈ। ਇਸੇ ਤਰ੍ਹਾਂ ਦੇ ਕੋਈ ਦੋਸ਼ ਆਮ ਆਦਮੀ ਪਾਰਟੀ ਵੀ ਲਗਾ ਰਹੀ ਹੈ। ਕੁਝ ਅਜਿਹੀਆਂ ਹੀ ਗੱਲਾਂ ਨੂੰ ਅਸੀਂ ਅੱਜ ਇਸ ਵਿਸ਼ੇ ਦੇ ਉੱਤੇ ਇਸ ਵਿਸ਼ੇ ਦੇ ਨਾਲ ਸਾਂਝਾ ਕਰਾਂਗੇ। ਆਪਣੇ ਮਹਿਮਾਨਾਂ ਦੇ ਨਾਲ ਪੁੱਛਾਂਗੇ ਕਿ ਸੱਚਮੁੱਚ ਅਜਿਹਾ ਹੋਇਆ ਹੈ, ਸ਼ੰਕਾਵਾਂ ਸਹੀ ਨੇ। ਅੱਜ ਚੋਣਾਂ ਕਿੱਧਰ ਚਲੇ ਗਈਆਂ ਨੇ? ਅੱਜ ਜਿਹੜੀਆਂ ਚੋਣਾਂ ਕਹਿੰਦੇ ਸੀ ਕਦੀ ਇਮਾਨਦਾਰ, ਸ਼ਰੀਫ ਤੇ ਬਿਲਕੁਲ ਇੱਕ ਰਸੂਖਦਾਰ ਬੰਦਿਆਂ ਦੀਆਂ ਪਹਿਚਾਣ ਹੁੰਦੀ ਸੀਗੀ, ਉਹ ਅੱਜ ਸੱਤਾ ਦੇ ਖੇਲ ਦੇ ਵਿੱਚ ਆਉਣ ਦੇ ਲਈ ਪੈਸਾ ਤੇ ਨਸ਼ੇ ਦਾ ਕਾਰੋਬਾਰ ਬਣ ਗਈਆਂ ਨੇ। ਬਹੁਤ ਕੁਝ ਇਹੋ ਜਿਹਾ ਵੀ ਇਹਨਾਂ ਕੋਲੋਂ ਪੁੱਛਾਂਗੇ। ਤੇ ਸਭ ਤੋਂ ਪਹਿਲਾਂ ਉਹਨਾਂ ਮਹਿਮਾਨਾਂ ਨਾਲ ਤੁਹਾਡੀ ਮੈਂ ਵਾਕਫੀਅਤ ਕਰਾਦਾ। ਮੇਰੇ ਸਭ ਤੋਂ ਪਹਿਲੇ ਮਹਿਮਾਨ ਨੇ ਗੁਰਿੰਦਰ ਸਿੰਘ ਗੋਗੀ, ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਨੇ ਰੂਪਨਗਰ ਦੇ। ਇਹਨਾਂ ਦੇ ਨਾਲ ਨੇ ਬਲਵਿੰਦਰ ਸਿੰਘ ਗਿੱਲ, ਜੋ ਕਿ ਸਾਬਕਾ ਸਪੋਕਸਪਰਸਨ ਨੇ ਆਮ ਆਦਮੀ ਪਾਰਟੀ ਦੇ। ਤੇ ਤੀਸਰੇ ਮਹਿਮਾਨ ਨੇ ਮੋਹਨ ਸਿੰਘ ਭਸੀਨ, ਜੋ ਕਿ ਅਨੰਦਪੁਰ ਸਾਹਿਬ ਦੇ ਨੇ ਲੇਕਿਨ BC SC ਸੈੱਲ ਪੰਜਾਬ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਵੀ ਨੇ। ਸਭ ਤੋਂ ਪਹਿਲਾਂ ਤੁਹਾਡਾ ਤਿੰਨਾਂ ਦਾ ਸਵਾਗਤ ਹੈ ਜੀ SDTV ਪ੍ਰਾਈਮ ਤੇ। ਸ਼ੁਰੂਆਤ ਕਰਦੇ ਹਾਂ ਗੋਗੀ ਜੀ ਤੁਹਾਡੇ ਕੋਲੋਂ। ਪਹਿਲੇ ਤਾਂ ਗੱਲ ਇਹ ਵੀ ਜਿਹੋ ਜਿਹੇ ਨਤੀਜੇ ਆਏ ਰੂਪਨਗਰ ਜ਼ਿਲ੍ਹੇ ਦੇ, ਪੂਰੇ ਪੰਜਾਬ ਦੀ ਗੱਲ ਨਹੀਂ ਮੈਂ ਕਰ ਸਕਦਾ ਕਿਉਂਕਿ ਬਹੁਤ ਵੱਡਾ ਏਰੀਆ ਜੇ ਆਪਾਂ ਪੰਜਾਬ ਦੀ ਗੱਲ ਕਰੀਏ, ਆਪਾਂ ਰੋਪੜ ਜ਼ਿਲ੍ਹੇ ਦੀ ਗੱਲ ਕਰਦੇ ਹਾਂ ਵੀ ਜਿਹੋ ਜਿਹੇ ਨਤੀਜੇ ਆਏ, ਕੀ ਤੁਸੀਂ ਕਦੀ ਅਜਿਹਾ ਸੋਚਿਆ ਸੀ ਵੀ ਅਕਾਲੀ ਦਲ ਦੀ ਇਹੋ ਜਿਹੀ ਹਾਲਤ ਹੋ ਜਾਏਗੀ ਵੀ ਅਕਾਲੀ ਦਲ 2-4 ਸੀਟਾਂ ਦੇ ਵਿੱਚ ਪੂਰੇ ਜ਼ਿਲ੍ਹੇ 'ਤੇ ਸਿਰਫ ਜਿੱਤ ਪ੍ਰਾਪਤ ਕਰ ਪਾਵੇਗਾ? ਜਦ ਕਿ ਕਿਹਾ ਜਾਂਦਾ ਸੀਗਾ ਵੀ ਅਨੰਦਪੁਰ ਸਾਹਿਬ ਵਿਧਾਨ ਸਭਾ ਕੰਸਟੀਚੁਐਂਸੀ ਅਤੇ ਰੋਪੜ ਵਿਧਾਨ ਸਭਾ ਕੰਸਟੀਚੁਐਂਸੀ ਅਤੇ ਨਾਲ ਦੀ ਨਾਲ ਹੀ ਜੇ ਚਮਕੌਰ ਸਾਹਿਬ ਨੂੰ ਵੀ ਲਾ ਲਿਆ ਜਾਵੇ ਤਾਂ ਇਹ ਕੰਸਟੀਚੁਐਂਸੀਆਂ ਅਕਾਲੀ ਦਲ ਦੀਆਂ ਮਲਕੀਅਤ ਹੋਇਆ ਕਰਦੀਆਂ ਸਨ। ਸਭ ਤੋਂ ਪਹਿਲਾਂ ਤਾਂ SD ਪ੍ਰਾਈਮ TV ਦੇਖ ਰਹੇ ਸਾਰੇ ਦਰਸ਼ਕ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਜਿੱਥੇ ਤੱਕ ਸਵਾਲ ਕੀਤਾ ਕਿ ਕੀ ਤੁਸੀਂ ਪਹਿਲਾਂ ਐਕਸਪੈਕਟ ਕਰਦੇ ਸੀ, ਅਸੀਂ ਤਾਂ ਜਿਸ ਦਿਨ ਇਹ ਚੋਣਾਂ ਅਨਾਉਂਸ ਹੋਈਆਂ ਅਸੀਂ ਉਸੇ ਦਿਨ ਐਕਸਪੈਕਟ ਕਰ ਲਿਆ ਸੀ ਵੀ ਇਹ ਚੋਣਾਂ ਜਿਹੜੀਆਂ ਹੈਗੀਆਂ ਕਾਂਗਰਸ ਪਾਰਟੀ ਮੈਨ ਮਸਲ ਪਾਵਰ ਦੇ ਨਾਲ, ਕਰਪਸ਼ਨ ਦੇ ਨਾਲ, ਸ਼ਰਾਬ ਮਾਫੀ ਦੇ ਨਾਲ ਮਿਲ ਕੇ ਜਿੱਤੂਗੀ। ਉਹੀ ਗੱਲ ਹੋਈ ਆ ਕਿ ਅਸੀਂ ਇਹਦੇ ਬਾਰੇ ਇਲੈਕਸ਼ਨ ਕਮਿਸ਼ਨ ਨੂੰ ਵੀ ਮਿਲਦੇ ਰਹੇ ਹਾਂ, ਵੱਖ-ਵੱਖ ਚੈਨਲਾਂ 'ਤੇ ਵੀ ਗੱਲ ਕਰਦੇ ਰਹੇ ਹਾਂ ਬਈ ਇਹ ਇਲੈਕਸ਼ਨ ਬਿਲਕੁਲ ਫੇਅਰ ਨਹੀਂ ਹੋਣੀ। ਔਰ ਉਹੀ ਗੱਲ ਹੋਈ ਆ ਕਿ ਇਲੈਕਸ਼ਨ ਫੇਅਰ ਹੋਈ ਵੀ ਨਹੀਂ ਹੈਗੀ, ਕਿਉਂਕਿ ਇਲੈਕਸ਼ਨ ਕਮਿਸ਼ਨ ਜਿਹੜਾ ਪੰਜਾਬ ਆ ਉਹ ਵੀ ਇਹਨਾਂ ਦੇ ਨਾਲ ਮਿਲਿਆ ਹੋਇਆ ਸੀ। ਕਿੰਨੀ ਵਾਰੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦੇ ਜਾ ਕੇ ਇਲੈਕਸ਼ਨ ਕਮਿਸ਼ਨ ਨੂੰ ਮਿਲੇ ਆ, ਉਹਨੇ ਹਰੇਕ ਵਾਰੀ ਹੱਥ ਖੜੇ ਕੀਤੇ ਕਿ ਮੈਂ ਕੁਛ ਨਹੀਂ ਕਰ ਸਕਦਾ, ਮੈਂ ਕੋਈ ਫੇਅਰ ਇਲੈਕਸ਼ਨ ਦੀ ਜਿਹੜੀ ਹੈਗੀ ਆ ਗਰੰਟੀ ਨਹੀਂ ਦਿੰਦਾ। ਜਦੋਂ ਇਲੈਕਸ਼ਨ ਕਮਿਸ਼ਨ ਜਿਹਦੇ ਹੱਥ ਸਾਰਾ ਇਲੈਕਸ਼ਨ ਕਰਵਾਉਣ ਦਾ ਪ੍ਰਬੰਧ ਸੀ, ਜਦੋਂ ਉਹ ਆਦਮੀ ਇਹ ਕਹਿ ਰਿਹਾ ਕਿ ਮੈਂ ਫੇਅਰ ਇਲੈਕਸ਼ਨ ਦੀ ਗਰੰਟੀ ਨਹੀਂ ਦਿੰਦਾ, ਫਿਰ ਪੰਜਾਬ 'ਚ ਇਲੈਕਸ਼ਨ ਫਿਰ ਕਿਸ ਤਰ੍ਹਾਂ ਹੋ ਸਕਦਾ ਸੀ? ਇਸ ਕਰਕੇ ਅਸੀਂ ਐਕਸਪੈਕਟ ਕਿ ਸਾਡੇ ਲਈ ਕੋਈ ਹੋਣੀ ਦੀ ਗੱਲ ਨਹੀਂ ਹੈਗੀ। ਪਰ ਅਸੀਂ ਇਹ ਇਲੈਕਸ਼ਨ ਤੋਂ ਜਿੱਥੇ ਕਾਂਗਰਸ ਪਾਰਟੀ ਨੇ ਸ਼ਰੇਆਮ ਜਿਹੜਾ ਹੈਗਾ ਪੰਜਾਬ 'ਚ ਇਲੈਕਸ਼ਨ ਜਿੱਤੀ ਨਹੀਂ, ਇਲੈਕਸ਼ਨ ਲੁੱਟੀ ਆ ਇਹ। ਜਿਸ ਤਰੀਕੇ ਨਾਲ ਬਦਮਾਸ਼ੀ ਦੇ ਨਾਲ ਜਾਲੀ ਵੋਟਾਂ ਬਣਾ ਕੇ, ਵਾਰਡਬੰਦੀ 'ਚ ਤੋੜ ਕੇ, ਆਪਣੇ ਬੰਦਿਆਂ ਦੇ ਨਾਲ ਮਿਲ ਬੈਠ ਕੇ ਜਿਹੜੀ ਹੈਗੀ ਆ ਵਾਰਡਬੰਦੀ ਕੀਤੀ ਗਈ ਆ, ਸਾਰਾ ਪ੍ਰਸ਼ਾਸਨ ਦਾ ਸਹਿਯੋਗ ਲਿਆ ਗਿਆ, ਪ੍ਰਸ਼ਾਸਨ ਦੇ ਉੱਤੇ ਹੁਕਮ ਚਲਾ ਕੇ ਉਹਨਾਂ ਨੂੰ ਮਜਬੂਰ ਕੀਤਾ ਗਿਆ ਕਿ ਅਸੀਂ ਜਿਹੜੀ ਹੈਗੀ ਆ ਇਹ ਇਲੈਕਸ਼ਨ ਇਸ ਤਰੀਕੇ ਨਾਲ ਕਰਾਉਣੀ ਆ। ਉਹਦੇ ਕਰਕੇ ਇਲੈਕਸ਼ਨ ਮੈਂ ਸਮਝਦਾ ਕਿ ਕਾਂਗਰਸ ਪਾਰਟੀ ਨੇ ਜਿੱਤੀ ਨਹੀਂ, ਕਾਂਗਰਸ ਪਾਰਟੀ ਦੀ ਹਾਰ ਹੋਈ, ਇਲੈਕਸ਼ਨ ਲੁੱਟੀ ਗਈ ਹੈ। ਬਿਲਕੁਲ। ਮੈਂ ਗਿੱਲ ਸਾਹਿਬ ਤੁਹਾਡੇ ਕੋਲੋਂ ਆਮ ਆਦਮੀ ਪਾਰਟੀ ਦੇ, ਕਿਉਂਕਿ ਤੁਸੀਂ ਪੰਜਾਬ ਦੇ ਸਪੋਕਸਮੈਨ ਰਹੇ ਹੋ ਆਮ ਆਦਮੀ ਪਾਰਟੀ ਦੇ, ਹਾਲਾਂਕਿ ਹੁਣ ਜਿਹੜੀ ਬਾਡੀ ਹੈ ਪੂਰੀ ਪੰਜਾਬ ਦੀ ਟੁੱਟੀ ਹੋਈ ਹੈ, ਲੇਕਿਨ ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹੁੰਦਾ, ਬੜੀ ਉਮੀਦਾਂ ਸੀਗੀਆਂ ਰੋਪੜ, ਖਾਸ ਕਰਕੇ ਰੋਪੜ ਸ਼ਹਿਰ ਤੋਂ, ਨੰਗਲ ਸ਼ਹਿਰ ਤੋਂ ਆਮ ਆਦਮੀ ਪਾਰਟੀ ਨੂੰ ਬਹੁਤ ਉਮੀਦਾਂ ਸੀਗੀਆਂ ਵੀ ਅਸੀਂ ਇੱਥੇ ਬਹੁਤ ਕਾਰਗੁਜ਼ਾਰੀ ਦਿਖਾਵਾਂਗੇ। ਰੋਪੜ ਦੇ ਵਿੱਚ ਜਿੱਥੇ 21 ਵਾਰਡ ਨੇ ਵੀ ਉਹਨਾਂ ਵਿੱਚੋਂ ਜ਼ਿਆਦਾ ਨਹੀਂ ਤਾਂ ਅਸੀਂ 1/3 6-7 ਵਾਰਡਾਂ ਦੇ ਉੱਤੇ ਅਸੀਂ ਜ਼ਰੂਰ ਜਿੱਤ ਪ੍ਰਾਪਤ ਕਰਾਂਗੇ, ਕਿਉਂਕਿ ਵਿਧਾਇਕ ਰੋਪੜ ਦਾ ਇਸ ਵਕਤ ਜਿਹੜਾ ਹੈਗਾ ਉਹ ਆਮ ਆਦਮੀ ਪਾਰਟੀ ਦਾ ਹੈਗਾ। ਫਿਰ ਕਿਉਂ ਪਿੱਛੇ ਰਹੀ ਵੀ ਜਦ ਕਿ ਇੱਕ ਵੀ ਸੀਟ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਦੇ ਹਿੱਸੇ ਨਹੀਂ ਆਈ? ਰਵੀ ਜੀ, ਤੁਹਾਡਾ ਸਵਾਲ ਬਹੁਤ ਵਧੀਆ ਹੈ। ਉਹਦੇ ਮੈਂ ਵੇਰਵਾ ਤੁਹਾਨੂੰ ਦੇਣਾ ਵਾ ਵੀ ਵਜ੍ਹਾ ਕੀ ਹੋਈ। ਜੀ ਉਹਦੇ ਵਿੱਚ ਸਭ ਤੋਂ ਪਹਿਲੀ ਵਜ੍ਹਾ ਮੈਂ ਮੰਨਦਾ ਵਾ कि पार्टी ने बहुत ही लेट डिसीजन लिया, जिस करके
ਤਿਆਰੀ 'ਚ ਕਮੀ ਰਹੀ। ਜੀ ਦੂਸਰੀ ਗੱਲ ਇਹ ਸੀ ਕਿ ਪਿਛਲੇ ਦਿਨਾਂ 'ਚ ਇਹਨਾਂ ਨੇ ਸਟੇਟ ਬਾਡੀ ਔਰ ਡਿਸਟ੍ਰਿਕਟ ਬਾਡੀਆਂ ਡਿਜ਼ਾਲਵ ਕਰ ਦਿੱਤੀਆਂ ਪਾਰਟੀ ਨੇ। ਜੀ ਉਹਦੇ ਕਰਕੇ ਕੀ ਹੋਇਆ ਵੀ ਮੋਸਟਲੀ ਜਿਹੜਾ ਸੀਨੀਅਰ ਵਰਕਰ ਹੋਰ ਅਹੁਦੇਦਾਰ ਸਨ ਉਹ ਥੋੜ੍ਹਾ ਕੁ ਪੈਰ ਪਿੱਛੇ ਖਿੱਚ ਗਏ। ਜੀ ਤੀਸਰੀ ਗੱਲ ਇਹ ਸੀ ਕਿ ਤੁਹਾਨੂੰ ਪਤਾ ਹੀ ਹੈ, ਜਗ ਜ਼ਾਹਰ ਹੈ ਵੀ ਐਮਐਲਏ ਸਾਹਿਬ ਸਾਡੇ ਹਲਕੇ ਤੇ ਗਏ ਸੀ ਜੀ ਔਰ ਉਹਨਾਂ ਦੀ ਦੁਬਾਰਾ ਐਂਟਰੀ ਹੋਈ, ਜੀ ਪਰ ਉਹ ਐਂਟਰੀ ਲੇਟ ਹੋਈ। ਜੀ ਇਹ ਮੇਨ ਵਜ੍ਹਾ ਸਨ ਜਿਸ ਕਰਕੇ ਅਸੀਂ ਬਹੁਤ ਵਧੀਆ ਪਰਫਾਰਮ ਨਹੀਂ ਕਰ ਸਕੇ। ਔਰ ਪਿਛਲੇ ਦਿਨਾਂ 'ਚ ਨਵਾਂ ਡਿਸਟ੍ਰਿਕਟ ਪ੍ਰੈਜ਼ੀਡੈਂਟ ਲਾਇਆ ਸੀ, ਜੀ ਜ਼ਿਲ੍ਹਾ ਪ੍ਰਧਾਨ ਲਾਇਆ ਸੀ, ਹੈ ਨਾ। ਬਿਲਕੁਲ ਉਹਨਾਂ ਨੂੰ ਬਹੁਤ ਜ਼ਿਆਦਾ ਤਜਰਬਾ ਨਹੀਂ ਸੀ ਔਰ ਨਾਲ ਦੇ ਨਾਲ ਜੀ ਸ਼ਹਿਰ ਦੇ ਵਿੱਚ ਵੀ ਜਿਹੜੀ ਟੀਮ ਤੋਰੀ ਗਈ ਜੀ ਉਹ ਟੀਮ ਬਿਲਕੁਲ ਫਰੈਸ਼ਰ ਸੀ ਔਰ ਜਿਨ੍ਹਾਂ ਕੋਲ ਤਜਰਬੇ ਦੀ ਘਾਟ ਸੀ। ਜੀ ਇਸ ਤੋਂ ਬਾਅਦ ਹੋਇਆ ਕਿ ਅਸੀਂ ਫਿਰ ਜਿਹੜੇ ਕੈਂਡੀਡੇਟ ਖੜੇ ਕੀਤੇ ਜਾਂ ਤਿਆਰ ਕੀਤੇ ਜੀ ਉਹ ਸਾਡੇ ਵਾਸਤੇ ਇੱਕ ਬਹੁਤ ਵੱਡਾ ਪ੍ਰੋਜੈਕਟ ਸੀ, ਜੀ ਕਿਉਂਕਿ ਜਿਹੜੀ ਰਵਾਇਤੀ ਪਾਰਟੀਆਂ ਦੇ ਕੋਲ ਜਿਹੜੇ ਕੈਂਡੀਡੇਟ ਨੇ ਜਿਹਨੂੰ ਪੰਜਾਬੀ 'ਚ ਕਹਿੰਦੇ ਖੁੰਡ, ਜੀ ਉਹ ਖੁੰਡ ਬੰਦੇ ਉਤਾਰੇ ਗਏ ਸੀ ਜਿਹੜੇ ਆਲਰੇਡੀ 2-2 3-3 4-4 ਵਾਰੀ MC ਰਹਿ ਚੁੱਕੇ ਆ। ਜੀ ਸਭ ਤੋਂ ਵੱਡੀ ਗੱਲ ਸ਼ਮੀ ਜੀ ਕਿੱਥੇ ਹੈ ਵੀ ਸਾਡੇ ਸਮਾਜ 'ਚ ਜੀ ਬਹੁਤ ਵੱਡੀਆਂ ਬੁਰਾਈਆਂ ਨੇ, ਬਿਲਕੁਲ ਜਿਨ੍ਹਾਂ ਕਰਕੇ ਖਾਸ ਕਰ ਲੋਕਲ ਬਾਡੀ, ਵੈਸੇ ਤਾਂ ਮੈਂ ਕਹਾਂਗਾ ਹਿੰਦੁਸਤਾਨ ਦੇ ਜਿੰਨੇ ਵੀ ਇਲੈਕਸ਼ਨ ਹੁੰਦੇ ਸਭ 'ਚ ਘੱਟ ਤੋਂ ਘੱਟ ਇਹ ਚੀਜ਼ਾਂ ਲਾਗੂ ਹੁੰਦੀਆਂ ਨੇ ਵੀ ਸਾਧਨ, ਸਮਰੱਥਾ ਔਰ ਸ਼ੈਤਾਨੀਅਤ। ਬਿਲਕੁਲ ਮੇਰੀ ਗੱਲ ਤੇ ਗੌਰ ਕਰਿਓ, ਬਿਲਕੁਲ ਜੀ ਬਿਲਕੁਲ ਸਾਧਨ, ਸਮਰੱਥਾ, ਸ਼ੈਤਾਨੀਅਤ, ਜੀ 3 ਚੀਜ਼ਾਂ ਲੈ ਕੇ ਇਲੈਕਸ਼ਨ ਲੜੇ ਜਾਂਦੇ ਆ। ਬਿਲਕੁਲ ਉੱਥੇ ਅਸੀਂ ਕਮਜ਼ੋਰ ਹਾਂ ਕਿਉਂਕਿ ਸਾਡੇ ਕੋਲ ਆਮ ਆਦਮੀ ਮੇਰਾ ਕੈਂਡੀਡੇਟ ਹੈ ਸਾਡੀ ਪਾਰਟੀ ਦਾ, ਹੋਰ ਉਹ ਵਿਚਾਰੇ ਗਰੀਬ ਗੁਰਬੇ ਨੇ, ਸਾਧਨ ਉਹਨਾਂ ਕੋਲ ਹੈਗੇ ਨਹੀਂ ਹੈ। ਨਹੀਂ ਫਿਰ ਜੇ ਤੁਹਾਡੇ ਕੋਲ ਤਿੰਨੇ ਚੀਜ਼ਾਂ ਹੈ ਨਹੀਂ ਗਿੱਲ ਸਾਹਿਬ, ਫਿਰ ਤੁਸੀਂ 2022 ਦੀ ਵਿਧਾਨ ਸਭਾ 'ਚ ਕਿੱਦਾਂ ਲੜੋਗੇ? ਲੜਾਂਗੇ, ਇਸ ਤਰ੍ਹਾਂ ਹੀ ਲੜਾਂਗੇ। ਸਾਡੀ ਹਦਾਇਤ ਸੀ ਵੀ ਕੋਈ ਨਸ਼ਾ ਵੰਡੇਗਾ ਨਹੀਂ, ਕੋਈ ਨਸ਼ਾ ਲਏਗਾ ਨਹੀਂ, ਨਾ ਕੋਈ ਨਸ਼ਾ ਦੇਏਗਾ। ਨਸ਼ਾ ਦੇਖੋ ਗੱਲ ਅਸੂਲਾਂ ਦੀ ਲੜਾਈ ਦੀ ਹੈ, ਕੋਈ ਜ਼ਰੂਰੀ ਨਹੀਂ ਹੈ ਕਿ ਜਿਹੜੀ ਰਵਾਇਤੀ ਪਾਰਟੀਆਂ ਕਰ ਰਹੀਆਂ ਉਸ ਰਵਾਇਤ ਨੂੰ ਅਸੀਂ ਲੈ ਕੇ ਅੱਗੇ ਚੱਲੀਏ। ਜੀ 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 ਬਿਲਕੁਲ। ਤਾਂ ਉਹ ਜਿਹੜਾ ਇਹ ਸਾਰੀ ਵਜ੍ਹਾ ਹੈਗੀਆਂ ਸਨ ਜਿਸ ਕਰਕੇ ਅਸੀਂ ਪਿਛੜ ਗਏ, ਜਿਹਦੇ ਬਾਰੇ ਅੱਗੇ ਅਸੀਂ ਤਿਆਰੀ ਨਾਲ ਡਾਵਰਾ ਸਾਹਿਬ ਇਹਨਾਂ ਨੇ ਆਪਣੀ ਹਾਰ ਪਹਿਲਾਂ ਹੀ ਮੰਨ ਲਈ ਇੱਥੇ। ਇਹ ਕਹਿੰਦੇ ਸਾਡੇ ਕੋਲ ਸਮਰੱਥਾ ਨਹੀਂ, ਸਾਡੇ ਕੋਲ ਸਾਧਨ ਨਹੀਂ, ਸਾਡੇ ਕੋਲ ਤਜਰਬੇਕਾਰ ਲੀਡਰ ਨਹੀਂ ਹੈਗੇ। ਇਹ ਇਹਨਾਂ ਦੀ ਗੱਲ ਮੈਂ ਕੋਈ ਬਹੁਤੀ ਸਹਿਮਤ ਨਹੀਂ ਕਰਦਾ। ਇਹ ਰੋਪੜ ਜ਼ਿਲ੍ਹੇ ਦੀ ਗੱਲ ਕਰ ਰਹੇ, ਮੈਂ ਪਹਿਲੇ ਤੁਹਾਨੂੰ ਇੱਥੇ ਕਲੀਅਰ ਕਰਦਾ ਵੀ ਅਸੀਂ ਪੰਜਾਬ ਦੀ ਗੱਲ ਨਹੀਂ ਕਰ ਰਹੇ। ਪੰਜਾਬ 'ਚ ਹੋ ਸਕਦਾ ਬਹੁਤ ਡਾਵਰਾ ਸਾਹਿਬ, ਪੈਸੇ ਵਾਲੇ, ਬਹੁਤ ਸਮਰਥਾਵਾਨ। ਮੈਂ ਬਿਲਕੁਲ ਇਹੀ ਗੱਲ ਕਰਦਾ ਕਿ ਜਦੋਂ 2017 'ਚ ਇਲੈਕਸ਼ਨ ਹੋਈਆਂ, ਜੀ ਅਮਰਜੀਤ ਸਿੰਘ ਸੰਦੋਆ ਜਿਹੜਾ ਇੱਥੋਂ ਐਮਐਲਏ ਬਣੇ ਆ, ਜੀ ਜੀ ਉਹ ਦਿੱਲੀ ਇੱਕ ਡਰਾਈਵਰੀ ਕਰਦੇ ਸੀ। ਬਿਲਕੁਲ ਉਦੋਂ ਕਿਹੜੇ ਸਾਧਨ ਸੀਗੇ? ਬਿਲਕੁਲ ਉਦੋਂ ਉਹਦੇ ਕੋਲ ਕਿਹੜਾ ਤਜਰਬਾ ਸੀ? ਜੀ ਜੀ ਉਦੋਂ ਉਹਦੀ ਕਿਹੜੀ ਇੱਥੇ ਇਲਾਕੇ ਜਾਣ ਪਛਾਣ ਸੀ? ਨਹੀਂ ਉਹ ਇਲਾਕੇ ਦਾ ਸੀ, ਜਾਣ ਪਛਾਣ ਨਾ ਹੋਵੇ ਇਲਾਕੇ ਦਾ ਸੀ ਨਾ। ਮੈਂ ਉਹੀ ਲੱਗਿਆ ਗੱਲ ਕਹਿਣ ਜੀ ਕਿ ਉਹ ਫੇਰ ਵੀ ਲੋਕਾਂ ਨੇ ਜਿਤਾਇਆ। ਉਦੋਂ ਇੱਕ ਲੋਕਾਂ ਨੂੰ ਉਮੀਦ ਜਾਗੀ ਸੀ ਵੀ ਸ਼ਾਇਦ ਇਹ ਦੂਜੀਆਂ ਪਾਰਟੀਆਂ ਨਾਲੋਂ ਵਧੀਆ ਜਿਹੜੇ ਹੈਗੇ ਸਾਬਤ ਹੋਣਗੇ, ਪਰ ਜਦੋਂ ਪੱਟਿਆ ਪਹਾੜ ਨਿਕਲਿਆ ਚੂਹਾ, ਉਹੀ ਹਾਲ ਹੋਇਆ ਕਿ ਲੋਕਾਂ ਨੂੰ ਇਹ ਯਕੀਨ ਹੋ ਗਿਆ ਵੀ ਇਹਨਾਂ ਨਾਲੋਂ ਜਿਹੜੀਆਂ ਰਵਾਇਤੀ ਪਾਰਟੀਆਂ ਉਹਨਾਂ ਦਾ ਫੇਰ ਵੀ ਕਿਤੇ ਨਾ ਕਿਤੇ ਉਹਨਾਂ 'ਚ ਲੋਕਾਂ 'ਚ ਤਾਲਮੇਲ ਆ, ਲੋਕਾਂ ਦੇ ਨਾਲ ਉਹਨਾਂ ਦੇ ਜਿਹੜੀ ਹੈਗੀ ਆ ਹਮਦਰਦੀ ਆ, ਲੋਕਾਂ ਦੁੱਖ ਸੁੱਖ ਸ਼ਾਮਲ ਹੁੰਦੇ ਆ। ਲੋਕਾਂ 'ਚ ਫੇਰ ਉਹੀ ਗੱਲ ਆ ਗਈ ਵੀ ਉਹਨਾਂ ਨਾਲੋਂ ਆਮ ਆਦਮੀ ਪਾਰਟੀ ਨਾਲੋਂ ਜਿਹੜੇ ਹੈਗੇ ਆ ਪੁਰਾਣੇ ਹੀ ਬੰਦੇ ਜਿਹੜੇ ਚੰਗੇ ਆ, ਇਸ ਕਰਕੇ ਇਹਨਾਂ ਨੂੰ ਲੋਕਾਂ ਨੇ ਨਕਾਰਿਆ। ਹੋਰ ਕੋਈ ਗੱਲ ਨਹੀਂ। ਪੁਰਾਣੇ ਬੰਦੇ ਸੀ, ਤੁਹਾਨੂੰ ਸਾਰੇ ਇਲਾਕੇ 'ਚ 2 ਸੀਟਾਂ ਕਿਉਂ ਮਿਲੀਆਂ? ਫਿਰ ਕਿੱਥੇ ਜੀ? ਭੋਗ ਤੇ ਮਰਨ ਜਿਉਣ ਤੇ ਤੁਸੀਂ ਜਾਂਦੇ ਹੋ, ਫਿਰ ਤੁਸੀਂ 2 ਸੀਟਾਂ ਤੇ ਕਿਉਂ? ਗਿੱਲ ਸਾਹਿਬ, ਮੈਂ ਤੁਹਾਨੂੰ ਇਹੀ ਗੱਲ ਦੱਸਣਾ ਚਾਹੁੰਦਾ ਕਿ ਤੁਸੀਂ ਦੇਖੋ, ਅੰਕੜੇ ਕੱਢੋ। ਅਸੀਂ 2017 'ਚ ਵਿਧਾਨ ਸਭਾ ਜਿਹੜਾ ਇਲੈਕਸ਼ਨ ਲੜਿਆ ਸੀ ਰੋਪੜ ਹਲਕੇ ਦਾ, ਰੋਪੜ ਹਲਕੇ 'ਚ ਸਾਨੂੰ 5819 ਵੋਟਾਂ ਪਈਆਂ ਸੀ ਬੀਜੇਪੀ ਦੇ ਨਾਲ ਹੋ ਕੇ। ਜਦੋਂ ਅਸੀਂ ਪਾਰਲੀਮੈਂਟ ਇਲੈਕਸ਼ਨ ਲੜਿਆ ਉਦੋਂ ਸਾਨੂੰ ਪਈਆਂ ਤੁਸੀਂ ਸਾਡੇ ਨਾਲ ਹੀ। ਮੈਂ ਕਿਹਾ ਤੁਹਾਡੇ ਬਿਲਕੁਲ ਤੁਹਾਡੇ ਨਾਲ ਸੀ। ਮੈਂ ਉਹੀ ਗੱਲ ਤੁਹਾਨੂੰ ਸਾਬਤ ਲੱਗਿਆ ਕਰਨ ਜੀ ਕਿ ਜਦੋਂ ਪਾਰਲੀਮੈਂਟ ਦੀ ਚੋਣ ਹੋਈ ਆ 2019 ਦੇ ਵਿੱਚ ਜੀ, ਉਦੋਂ ਵੀ ਸਾਨੂੰ 7079 ਵੋਟਾਂ ਜਿਹੜੀਆਂ ਰੋਪੜ ਸ਼ਹਿਰ ਦੇ ਵਿੱਚੋਂ ਪਈਆਂ ਸੀ ਜੀ। ਪਰ ਅੱਜ ਜਿਹੜੀਆਂ ਮਿਊਨਿਸਪਲ ਕਮੇਟੀ ਦੀਆਂ ਚੋਣਾਂ ਹੋਈਆਂ ਇਹਦੇ ਵਿੱਚ ਜਿਹੜਾ ਮੈਂ ਇਕੱਲੇ ਰੋਪੜ ਸ਼ਹਿਰ ਦੀ ਗੱਲ ਲੱਗਿਆ ਹੋਇਆ ਇੱਥੇ ਕਰਨ ਬਈ, ਉਹਦੇ 'ਚ ਅੱਜ ਭਾਰਤੀ ਜਨਤਾ ਪਾਰਟੀ ਸਾਡੇ ਨੂੰ ਲੱਗ ਆ। ਫਿਰ ਵੀ ਅੱਜ ਅਸੀਂ 8200 ਵੋਟ ਜਿਹੜੀ ਰੋਪੜ ਸ਼ਹਿਰ 'ਚੋਂ ਲਈ ਆ, ਜਿਹੜੀ ਕਿ ਇਸ ਗੱਲ ਦਾ ਕਰਦੀ ਆ ਸਾਬਤ ਕਿ ਅਕਾਲੀ ਦਲ ਦਾ ਜਿਹੜਾ ਆਧਾਰ ਆ
2017 ਨਾਲੋਂ ਜਿਹੜਾ ਉੱਪਰ ਗਿਆ ਏ ਕਿਉਂ ਉੱਪਰ- ਉਦੋਂ ਮੈਂ ਪਾਰਟੀ ਤੁਹਾਡੀ ਸਾਡੇ ਗੱਲ ਨਾਲ ਸੀ ਮੈਂ- ਪਰ ਬੀਜੇਪੀ ਨਾਲ ਸੀ ਪਰ ਸਾਡੇ ਮੈਂ- ਬੀਜੇਪੀ ਦੀ ਫਿਰ ਵੀ ਗੱਲਾਂ ਸਾਡੇ ਨਾਲ ਮੈਂ ਤੁਹਾਡੇ ਨਾਲ ਸਹਿਮਤ ਹਾਂ, ਲੇਕਿਨ ਉਹ ਤੁਹਾਡੀ ਅਚੀਵਮੈਂਟ ਨਹੀਂ ਹੈਗੀ ਹੈ। ਤੁਸੀਂ ਕੋਈ ਉੱਥੇ ਜਾ ਕੇ ਬਹੁਤ ਫੁਆਰੇ ਨਹੀਂ ਲਵਾ ਦਿੱਤੇ ਰੋਪੜ ਦੇ ਵਿੱਚ। ਸਿਰਫ ਅਚੀਵਮੈਂਟ ਇਸ ਗੱਲ ਕਰਕੇ ਹੈ ਕਿਉਂਕਿ ਜਿਹੜਾ ਆਮ ਆਦਮੀ ਪਾਰਟੀ ਦਾ ਵਿਧਾਇਕ ਰੋਪੜ ਵਾਲਿਆਂ ਨੇ ਬਣਾਇਆ ਸੀਗਾ ਉਹੀ ਪਾਰਟੀ ਛੱਡ ਕੇ ਕਾਂਗਰਸ ਦੇ ਵਿੱਚ ਵੜ ਗਿਆ। ਨਹੀਂ ਉਹ ਮੁੜ ਇਹ anti-incumbency ਮਿਲੀ ਹੈ ਨਹੀਂ ਤੁਹਾਨੂੰ, ਡਾਬਰਾ ਉਸ ਸਾਹਿਬ ਆਪ ਦੇ ਐਂਟੀ ਇਨਕਮੈਂਸੀ ਇਹੀ ਐਂਟੀ ਇਨਕਮੈਂਸੀ ਜਿਹੜੀ ਹੈਗੀ ਸਾਬਤ ਕਰਦੀ ਹੈ ਕਿ 2022 ਦੀ ਚੋਣ 'ਚ ਵੀ ਐਂਟੀ ਇਨਕਮੈਂਸੀ ਮਿਲ। ਤੁਸੀਂ ਇਹ ਗੱਲ ਕਹਿੰਦੇ ਕਿ ਉਹ ਜਿਹੜਾ ਅਸੀਂ ਤਾਂ ਉਹਨੂੰ ਕਿਹਾ ਨਹੀਂ ਸੀਗਾ, ਜਿਹੜੀ ਆਮ ਆਦਮੀ ਪਾਰਟੀ ਦਾ ਤੁਸੀਂ ਮੈਂ ਵੀ ਭਾਵੇਂ ਉਸ ਵੇਲੇ ਇਹਨਾਂ ਦੀ ਪਾਰਟੀ ਸ਼ਾਮਲ ਸੀਗਾ ਮੈਨੂੰ ਕਹਿਣ ਪਰ ਉਦੋਂ ਪਾਰਟੀ ਦਾ ਨਾਰਾ ਸੀ ਕਿ ਅਸੀਂ ਵਿਵਸਥਾ ਬਦਲਣੀ ਆ, ਅਸੀਂ ਨਵੀਂ ਚੀਜ਼ ਦੇਣੀ ਆ। ਪਰ 4 ਸਾਲ 'ਚ ਨਵੀਂ ਚੀਜ਼ ਕਿਹੜੀ ਦਿੱਤੀ ਜੀ? ਜੀ ਇਸ ਕਰਕੇ ਲੋਕਾਂ ਦਾ ਮੋਹ ਟੁੱਟ ਗਿਆ ਇਹਨਾਂ ਨਾਲੋਂ। ਲੋਕਾਂ ਨੇ ਦੇਖ ਲਿਆ ਵੀ ਇਹ ਜਿਹੜੀ ਹੈਗੀ ਆ ਲੋਕ ਪਿੱਛੇ ਮੁੜ ਗਏ ਆ ਜੀ। ਲੋਕ ਮੈਂ ਤੁਹਾਡੇ ਕੋਲ ਦੁਬਾਰਾ ਆਵਾਂਗਾ। ਮੇਰੇ ਕੋਲ ਕਾਂਗਰਸ ਦੇ ਵੀ ਇੱਕ ਜਿਹੜੇ ਹੈਗੇ ਆ ਸਾਡੇ ਸਮਰਥਕ ਜਿਨ੍ਹਾਂ ਨੇ ਇੱਕ ਅਨੰਦਪੁਰ ਸਾਹਿਬ ਦੇ ਇੱਕ ਵਾਰਡ 'ਚੋਂ ਆਪਣੇ ਸਮਰਥਨ ਦੇ ਨਾਲ ਇੱਕ ਮਹਿਲਾ ਉਮੀਦਵਾਰ ਨੂੰ ਖੜਾਇਆ, ਫਿਰ ਜਿਤਾਇਆ, ਕਾਫੀ ਕੁਝ ਕੀਤਾ। ਮੈਂ ਉਹਨਾਂ ਕੋਲੋਂ ਵੀ ਪੁੱਛਣਾ ਚਾਹਾਂਗਾ, ਭਸੀਨ ਸਾਹਿਬ ਦੋਸ਼ ਲੱਗ ਰਹੇ ਆ ਕਾਂਗਰਸ ਦੇ ਉੱਤੇ, ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਮੈਂ ਐਸਡੀ ਟੀਵੀ ਪ੍ਰਾਈਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਡਿਬੇਟ ਰੱਖੀ। ਔਰ ਮੈਂ ਦਾਵੜਾ ਜੀ ਤੁਹਾਨੂੰ ਦੱਸ ਦੇਣਾ ਚਾਹੁੰਦਾ ਜੀ ਕਿ ਜਿਹੜਾ ਤੁਸੀਂ ਸਵਾਲ ਕੀਤਾ ਕਾਂਗਰਸ ਨੇ ਧੱਕਾ ਕੀਤਾ। ਬਿਲਕੁਲ ਮੈਂ ਨਹੀਂ ਕੀਤਾ, ਇਹ ਕਹਿ ਰਹੀਆਂ ਪਾਰਟੀਆਂ ਦੋਨੇ ਤੁਹਾਡੇ ਇਹ ਤਾਂ ਸਾਰਾ ਪੰਜਾਬ ਕਹਿ ਰਿਹਾ। ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਵੀ ਇਹ ਰੀਤ ਕਿੱਥੋਂ ਚੱਲੀ। ਇਹ ਰੀਤ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਔਰ ਬੀਜੇਪੀ ਦੀ ਸਰਕਾਰ ਵੇਲੇ ਚੱਲੀ। ਜਦੋਂ ਤਾਂ ਇਹਨਾਂ ਦੀ ਸਰਕਾਰ ਵੇਲੇ ਇਲੈਕਸ਼ਨ ਹੁੰਦੇ ਸੀ ਉਦੋਂ ਇਹਨਾਂ ਦੇ ਬੰਦੇ ਸਾਰੇ ਵਾਰਡਾਂ ਦੇ ਵਿੱਚ ਕਲੀਅਰ ਜਿੱਤ ਜਾਂਦੇ ਸੀ, ਉਦੋਂ ਇਹ ਧੱਕਾ ਨਹੀਂ ਹੁੰਦਾ ਸੀ। ਪਰ ਅੱਜ ਜੇ ਕਾਂਗਰਸ ਪਾਰਟੀ ਦੀ ਸਰਕਾਰ ਹੈ, ਉਸ ਸਰਕਾਰ ਨੇ ਕੰਮ ਕੀਤੇ ਲੋਕਾਂ ਦੇ ਵਿੱਚ, ਉਹ 4.5 ਸਾਲ ਦੇ ਕਰੀਬ ਵੱਧ ਸਮਾਂ ਹੋ ਗਿਆ ਲੋਕਾਂ ਦੇ ਵਿੱਚ ਗਏ, ਲੋਕਾਂ ਦੇ ਵਿੱਚ ਕੰਮ ਕੀਤੇ ਤੇ ਅੱਜ ਜਿਹੜਾ ਲੋਕਾਂ ਨੇ ਫਤਵਾ ਜਿਹੜਾ ਹੈ ਕਾਂਗਰਸ ਦੇ ਹੱਕ ਦੇ ਵਿੱਚ ਦਿੱਤਾ। ਮੈਂ ਸਮਝਦਾ ਵੀ ਕਾਂਗਰਸ ਪਾਰਟੀ ਦੀ ਇੱਕ ਬਹੁਤ ਵੱਡੀ ਜਿੱਤ ਹੈ, ਵਰਕਰਾਂ ਦੀ ਬੜੀ ਜਿੱਤ ਹੈ, ਕਿਉਂਕਿ ਵਰਕਰਾਂ ਨੇ ਮਿਹਨਤ ਇੰਨੀ ਕਿ ਕੀਤੀ। ਦੂਏ ਪਾਸੇ ਅਕਾਲੀ ਦਲ ਨੂੰ ਮੈਨੂੰ ਕਹਿਣਾ ਤਾਂ ਨਹੀਂ ਚਾਹੀਦਾ, ਪਰ ਵਰਕਰ ਅਨੰਦਪੁਰ ਸਾਹਿਬ ਦੇ ਵਿੱਚ ਖਾਸ ਕਰਕੇ ਵਰਕਰ ਨਹੀਂ ਮਿਲੇ ਜਿਹੜੇ ਐਮਸੀਆਂ ਦੇ ਇਲੈਕਸ਼ਨ ਲੜ ਸਕੇ, ਕਿਉਂਕਿ ਰਾਤਾਂ ਨੂੰ ਜਾ ਕੇ ਲੋਕਾਂ ਦੇ ਘਰੇ ਜਾ ਕੇ ਉਹ ਪਹਿਲਾਂ ਹੀ ਆਲਰੇਡੀ ਜਿਹੜਾ ਕੈਂਡੀਡੇਟ ਹੁੰਦਾ ਹੈ ਆਜ਼ਾਦ ਤੌਰ ਤੇ ਕਾਗਜ਼ ਭਰੇ ਹੁੰਦੇ ਆ ਉਹਦੇ ਘਰੇ ਜਾ ਕੇ ਰਾਤ ਨੂੰ ਤੁਸੀਂ ਸਵੇਰ ਨੂੰ ਸਰੋਪਾ ਪਾ ਦਿੰਦੇ ਵੀ ਜੀ ਤੂੰ ਸਾਡਾ ਅਕਾਲੀ ਦਲ ਦਾ ਕੈਂਡੀਡੇਟ ਬਣ ਗਿਆ ਤੇ ਤੂੰ ਸਾਡੇ ਵੱਲੋਂ ਇਲੈਕਸ਼ਨ ਲੜ। ਮੈਂ ਇੱਥੇ ਇਹਨਾਂ ਦੀ ਗੱਲ ਵੱਡੀ ਕਰਦਾ ਜੀ ਥੋੜੀ ਜੀ। ਇਸ ਦਾ ਜਿਹੜਾ ਇਸ ਦਾ ਜਿਵੇਂ ਕਿ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ, ਜਦੋਂ ਪਾਰਟੀਆਂ ਕੈਂਡੀਡੇਟ ਖੜਾਉਂਦੀਆਂ ਹੈ ਉਹਨਾਂ ਨੂੰ ਸਿੰਬਲ ਜਿਹੜੇ ਪਹਿਲਾਂ ਜਾਰੀ ਕਰ ਦਿੱਤੇ ਜਾਂਦੇ ਜੀ। ਇਹ ਅੱਜ ਕੀ ਮੈਂ ਪਹਿਲੀ ਵਾਰੀ ਦੇਖਿਆ ਅਕਾਲੀ ਦਲ ਵੱਲੋਂ ਜੋ ਹੋਇਆ ਵੀ ਕੈਂਡੀਡੇਟ ਆਜ਼ਾਦ ਖੜੇ, ਉਸ ਤੋਂ ਬਾਅਦ ਜਾ ਕੇ ਇਹਨਾਂ ਦੇ ਇੱਕ ਬਹੁਤ ਹੀ ਸੀਨੀਅਰ ਲੀਡਰ ਉੱਥੇ ਜਾ ਕੇ ਐਸਡੀਐਮ ਸਾਹਿਬ ਨੂੰ ਮਿਲ ਕੇ ਇੱਕ ਲੈਟਰ ਜਿਹੜਾ ਹੈ ਲਾਸਟ ਦਿਨ ਆ ਕੇ ਦੇ ਦਿੰਦੇ ਵੀ ਜੀ ਸਾਡਾ ਕੈਂਡੀਡੇਟ ਆ ਹੈ ਜੀ। ਇਹ ਬੜਾ ਮਨਭਾਗੀ ਗੱਲ ਹੈ। ਮੈਂ ਸਮਝਦਾ ਵੀ ਇਹ ਹੋਣਾ ਨਹੀਂ ਚਾਹੀਦਾ ਸੀ। ਅਕਾਲੀ ਦਲ ਕੋਲ ਕੈਂਡੀਡੇਟ ਨਹੀਂ ਸੀ ਕੋਈ ਵੀ। ਮੈਂ ਇਹਨਾਂ ਦੀ ਡਾਵਰਾ ਸਾਹਿਬ ਭਸੀਨ ਸਾਹਿਬ ਦੀ ਗੱਲ ਨਾਲ ਸਹਿਮਤ ਨਹੀਂ ਹੈਗਾ, ਕਿਉਂਕਿ ਇੱਕ ਬਾਅਦ ਸ਼੍ਰੋਮਣੀ ਅਕਾਲੀ ਦਲ ਐਸਾ ਕਿ 1996 ਤੋਂ ਭਾਰਤੀ ਜਨਤਾ ਪਾਰਟੀ ਨਾਲ ਅਨੰਦਪੁਰ ਸਾਹਿਬ ਹਲਕੇ ਦੇ ਉੱਤੇ ਜਿਹੜੀ ਹੈਗੀ ਆ ਸਮਝੌਤਾ ਰਿਹਾ। ਪਿਛਲੀ ਵਾਰੀ ਵੀ ਇੱਥੋਂ ਭਾਰਤੀ ਜਨਤਾ ਪਾਰਟੀ ਦੇ ਮਦਨ ਮੋਹਨ ਮਿੱਤਲ ਜੀ ਜਿੱਤ ਕੇ ਮਿਨਿਸਟਰ ਬਣੇ ਆ। ਪਹਿਲੀ ਗੱਲ ਤਾਂ ਅਕਾਲੀ ਦਲ ਪਹਿਲੀ ਵਾਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ 'ਚ ਭਾਰਤੀ ਜਨਤਾ ਪਾਰਟੀ ਤੋਂ ਅਲੱਗ ਹੋਣ ਤੋਂ ਬਾਅਦ ਚੋਣ ਲੜਿਆ। ਦੂਸਰੀ ਗੱਲ ਇਹ ਮੇਰੇ ਵੀਰ ਕਹਿ ਰਹੇ ਆ ਕਿ ਸ਼੍ਰੋਮਣੀ ਅਕਾਲੀ ਦਲ ਕੋਈ ਕੈਂਡੀਡੇਟ ਨਹੀਂ ਸੀਗਾ, ਜਦੋਂ ਕਿ ਪੰਜਾਬ ਦੀਆਂ ਜਿਹੜੀਆਂ ਜਿੰਨੀਆਂ ਵੀ ਸਿਆਸੀ ਪਾਰਟੀਆਂ ਸਾਰੀਆਂ ਨੇ ਪਹਿਲਾਂ ਹੀ ਐਲਾਨ ਕੀਤਾ ਸੀ ਕਿ ਜਿਹੜੀਆਂ ਚੋਣਾਂ ਹੈਗੀਆਂ ਸਿੰਬਲ ਤੇ ਲੜੀਆਂ ਜਾਣਗੀਆਂ। ਜਦੋਂ ਕਿ ਕਾਂਗਰਸ ਪਾਰਟੀ ਨੰਗਲ 'ਚ ਵੀ ਸਿੰਬਲ ਤੇ ਲੜ ਰਹੀ ਆ, ਨੰਗਲ ਸਿੰਬਲ ਤੇ ਲੜ ਰਹੀ ਆ, ਰੋਪੜ ਸਿੰਬਲ ਤੇ ਲੜੀ ਆ, ਮਰੰਡਾ ਸਿੰਬਲ ਤੇ ਲੜੀ ਆ, ਚਮਕੌਰ ਸਾਹਿਬ ਸਿੰਬਲ ਤੇ ਲੜੀ ਗਈ ਆ। ਫਿਰ ਸ਼੍ਰੋਮਣੀ ਅਕਾਲੀ ਦਲ ਨੇ ਅਨੰਦਪੁਰ ਸਾਹਿਬ 13 ਦੀਆਂ 13 ਸੀਟਾਂ ਦੇ ਉੱਤੇ ਸਿੰਬਲ ਤੇ ਚੋਣ ਲੜੀ। ਫਿਰ ਇਹ ਕਹਿ ਰਹੇ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕੈਂਡੀਡੇਟ ਨਹੀਂ ਮਿਲਦੇ, ਜਦੋਂ ਕਿ ਇਹਨਾਂ ਦੀ ਪਾਰਟੀ ਨੂੰ ਖੁਦ ਕੈਂਡੀਡੇਟ ਨਹੀਂ ਮਿਲਦੇ। ਅਨੰਦਪੁਰ ਸਾਹਿਬ 'ਚ ਕਿਸੇ ਨੂੰ ਸਿੰਬਲ ਨਹੀਂ ਦਿੱਤੇ ਗਏ। ਕਿਉਂ ਨਹੀਂ ਦਿੱਤੇ ਗਏ? ਕੋਈ ਵੀ ਬੰਦਾ ਇਹਨਾਂ ਦਾ ਜਿਹੜਾ ਭਾਵੇਂ ਉਹ ਵਰਕਰ ਸੀਗਾ ਭਾਵੇਂ ਕੋਈ ਸਪੋਰਟਰ ਸੀਗਾ, ਉਹ ਕਹਿੰਦੇ ਸੀ ਵੀ ਜੇ ਸਾਨੂੰ ਸਿੰਬਲ ਮਿਲ ਗਿਆ ਅਸੀਂ ਅਨੰਦਪੁਰ ਸਾਹਿਬ ਜਿੱਤ ਨਹੀਂ ਸਕਣਾ ਹੈਗਾ। ਇਸ ਕਰਕੇ ਇਹਨਾਂ ਦੀ ਪਾਰਟੀ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਆ, ਇਹਨਾਂ ਕੋਲ ਵੀ 13 ਸੀਟਾਂ ਦੇ ਕੈਂਡੀਡੇਟ ਨਹੀਂ ਮਿਲੇ ਹੈਗੇ।
ਰੋਪੜ 'ਚ ਵੀ ਇਹਨਾਂ ਕੋਲ ਸਿਰਫ 14 ਸੀਟਾਂ ਦੇ ਕੈਂਡੀਡੇਟ ਮਿਲੇ ਆ 17 ਤੇ ਜੀ 17 ਤੇ। ਚਲੋ ਤੁਹਾਡੀ ਗੱਲ ਵੱਡੀ ਕਦਮ 4 ਰਹਿ ਗਏ, ਫਿਰ ਵੀ 17 ਤਾਂ 4 ਤੁਹਾਡੇ। ਅਸੀਂ ਰੋਪੜ 'ਚ ਵੀ 21 ਦੇ 21 ਜਿਹੜੇ ਸਿੰਪਲ ਤੇ ਲੜੇ ਆ ਜੀ। ਅਸੀਂ ਸਾਰੇ ਪਾਸੇ ਨੰਗਲ 'ਚ ਸਾਡੇ ਕੋਲ ਸਾਡੀ ਥੋੜੀ ਕਮਜ਼ੋਰੀ ਰਹੀ ਹੈ ਕਿ ਅਸੀਂ 12 ਸੀਟਾਂ ਦੇ ਉੱਤੇ ਕੈਂਡੀਡੇਟ। ਜਿੱਤ ਹਾਰ ਦਾ ਕੋਈ ਰੌਲਾ ਨਹੀਂ ਹੈਗਾ। ਜਿੱਤ ਹਾਰ ਤਾਂ ਮੈਂ ਪਹਿਲਾਂ ਕਹਿ ਕੇ ਜਿਹੜੇ ਕਾਂਗਰਸ ਪਾਰਟੀ ਨੇ ਜਿਹੜਾ ਇਲੈਕਸ਼ਨ ਜਿੱਤਿਆ ਨਹੀਂ, ਇਲੈਕਸ਼ਨ ਲੁੱਟਿਆ ਇਹ। ਕਿਉਂਕਿ ਮੈਂ ਮੋਹਨ ਸਿੰਘ ਨੂੰ ਇੱਕ ਗੱਲ ਪੁੱਛਣੀ ਚਾਹੁੰਦਾ ਬਈ, ਤੁਸੀਂ ਕਹਿੰਦੇ ਆ ਵੀ ਪਹਿਲਾਂ ਅਕਾਲੀ ਦਲ ਧੱਕਾ ਕਰਦਾ ਸੀਗਾ। ਮੋਹਨ ਸਿੰਘ ਜੀ, ਜਦੋਂ ਵਾਰਡਬੰਦੀ ਹੋਈ ਆ, ਇਹ ਪੰਜਾਬ 'ਚ ਪਹਿਲੀ ਵਾਰੀ ਹੋਇਆ ਕਿ ਜਿਹੜੀ ਵਾਰਡਬੰਦੀ ਹੋਈ ਆ ਸਿਰਫ ਉਸ ਵੇਲੇ ਕਾਂਗਰਸ ਪਾਰਟੀ ਦੇ ਨੁਮਾਇੰਦਿਆਂ ਨੇ ਬੈਠ ਕੇ ਵਾਰਡਬੰਦੀ ਕੀਤੀ ਗਈ ਆ। ਇਹ ਪਹਿਲੀ ਵਾਰੀ ਹੋਇਆ ਕਿ ਵਾਰਡਬੰਦੀ ਤੁਹਾਡੀ ਤੀ ਜੀ। ਨਹੀਂ ਆ ਜਿਹੜਾ ਸਰਕਾਰ ਤਾਂ ਤੁਹਾਡੀ ਤੀ ਜੀ, ਹੁਣ ਤਾਂ ਵਾਰਡਬੰਦੀ ਨਹੀਂ ਹੋਈ ਜੀ। ਵਾਰਡਬੰਦੀ ਤਾਂ ਹੋਈ ਨਹੀਂ ਆ ਜੀ। ਹੁਣ ਸਰਕਾਰ ਤੁਹਾਡੀ ਦੀ ਕੀਤੀ ਵੀ ਵਾਰਡਬੰਦੀ ਹੈ ਜੀ। ਰੋਪੜ 'ਚ ਵੀ ਸਾਰੇ ਪਾਸੇ ਇਹੀ ਹੋਇਆ ਜਿਹੜੇ ਨਹੀਂ ਜੀ ਨਹੀਂ ਪ੍ਰਧਾਨ ਜੀ, ਤੁਹਾਡੀ ਜਾਣਕਾਰੀ 'ਚ ਮੈਂ ਵਾਅਦਾ ਕਰਦੇ ਆ ਕੋਈ ਵੀ ਇਹਦੇ ਵਿੱਚੋਂ ਨਹੀਂ ਹੋਇਆ। ਮੈਂ ਕਿਹਾ ਜੀ ਆਨੰਦਪੁਰ ਸਾਹਿਬ 'ਚ ਵਾਰਡਬੰਦੀ ਨਹੀਂ ਹੋਗੀ, ਬਾਕੀ ਸਾਰੇ ਪਾਸੇ ਵਾਰਡਬੰਦੀ ਨਹੀਂ, ਰੋਪੜ ਵੀ ਨਹੀਂ ਹੋਈ ਜੀ, ਰੋਪੜ 'ਚ ਵੀ ਨੰਗਲ ਵੀ ਨਹੀਂ ਹੋਈ ਜੀ। ਵੱਡੀ ਵਾਰਡਬੰਦੀ ਵਧੀ ਆ ਜੀ ਰੋਪੜ 'ਚ। ਵਾਰਡ ਵਧੇ ਲੇਕਿਨ ਨੰਗਲ 'ਚ ਵਾਰਡਬੰਦੀ ਨਹੀਂ ਹੋਈ। ਨਹੀਂ ਵਧੀ ਆ ਜੀ। ਦੋਸ਼ ਲਾਉਣ ਵਾਲੀ ਗੱਲ ਹੈ। ਦੋਸ਼ ਨਹੀਂ, ਮੈਂ ਦੱਸਦਾ ਜੀ। ਢਿੱਲੋਂ ਜਿਹੜੇ ਸਾਹਿਬ ਮੇਰੀ ਗੱਲ ਸੁਣੋ। ਆਗੂ ਨੇ ਉਹ ਕਹਿੰਦੇ ਨੇ 5 ਨੰਬਰ ਵਾਰਡ 'ਚ ਗੜਬੜ ਕਰਾਈ ਗਈ ਜੀ, ਹੈ ਨਾ। ਸਰਕਾਰ ਇਹਨਾਂ ਕਿਹਦੀ ਦੇ ਹੈ ਜੀ? ਦੋਸ਼ ਲੱਗਦਾ ਜੀ। ਫਿਰ ਇਹਦਾ ਮਤਲਬ ਮਤਲਬ ਪਤਾ ਕੀ ਗੱਲ ਹੈ, ਹੁਣ ਗੱਲ ਇਹ ਹੈ ਮੈਂ ਇਹ ਕਹਿਣਾ ਵੀ ਇਹ ਕਾਂਗਰਸ ਪਾਰਟੀ ਦਾ ਜਿਹੜਾ ਹੈਗਾ ਜੀ ਇਲੈਕਸ਼ਨ ਬਿਲਕੁਲ ਫੇਅਰ ਨਹੀਂ ਹੋਇਆ। ਨਹੀਂ, ਇੱਕ ਗੱਲ ਦੱਸੋ ਤੁਸੀਂ ਜਿਹੜਾ ਹੈਗਾ ਟੋਟਲੀ ਇਲੈਕਸ਼ਨ ਜਿਹੜਾ ਹੈਗਾ ਵਨ ਸਾਈਡ ਇਲੈਕਸ਼ਨ ਦਾ ਰਿਜ਼ਲਟ, ਪਰ ਫਿਰ ਵੀ ਸ਼੍ਰੋਮਣੀ ਅਕਾਲੀ ਦਲ ਜਿਹੜਾ ਮੈਂ ਕਹਿਣਾ ਮੈਂ ਤੁਹਾਨੂੰ ਅਸੀਂ ਸੰਤੁਸ਼ਟ ਹਾਂ ਪ੍ਰਧਾਨ ਜੀ, ਮੈਂ ਤੁਹਾਨੂੰ ਯਾਦ ਦਵਾਉਂਦਾ ਹੈ ਅਸੀਂ ਤੀਜੇ ਨੰਬਰ ਤੇ ਵਿਧਾਨ ਸਭਾ 'ਚ ਰਹੇ ਹਾਂ, ਪਰ ਜੇ ਪਾਰਲੀਮੈਂਟ ਦੀ ਇਲੈਕਸ਼ਨ ਹੋਈ ਹੈ ਤਾਂ ਵੀ ਅਸੀਂ ਦੂਜੇ ਨੰਬਰ ਤੇ ਆ ਗਏ। ਜੇ ਬਾਈ ਇਲੈਕਸ਼ਨ ਹੋਏ ਆ ਤਾਂ ਵੀ ਅਸੀਂ ਪਹਿਲੇ ਨੰਬਰ ਤੇ ਬਰਾਬਰ ਰਹੇ ਆ। ਜਿਹੜੇ ਇਲੈਕਸ਼ਨ ਹੋਏ ਆ ਇਹਦੇ 'ਚ ਭਾਰਤੀ ਜਨਤਾ ਪਾਰਟੀ ਨੂੰ ਅਲੱਗ ਹੋ ਕੇ ਵੀ ਜਿਹੜਾ ਹੈਗਾ ਅਸੀਂ ਭਾਵੇਂ ਅਕਾਲੀ ਦਲ ਦਾ ਆਧਾਰ ਜਿਹੜਾ ਅੱਜ ਤੱਕ ਸ਼ਹਿਰਾਂ 'ਚ ਘੱਟ ਰਿਹਾ ਸੀ ਮੰਨਦੇ ਸੀਗੇ, ਗੱਲ ਪ੍ਰਧਾਨ ਜੀ ਮੈਂ ਤੁਹਾਨੂੰ ਨਹੀਂ ਗੱਲ ਇਹ ਹੁੰਦੀ ਵੀ ਅੱਜ ਇਹ ਤਾਂ ਜਾਣਿਆ ਜਾਂਦਾ ਵੀ ਹਿਮਾਲਿਆ ਪਰਬਤ ਦੇ ਉੱਤੇ ਪਹਿਲਾ ਬੰਦਾ ਕੌਣ ਚੜਿਆ, ਤੇਨ ਸਿੰਘ ਹਲੇਰੀ ਹੀ ਚੜਿਆ। ਦੂਸਰੇ ਬੰਦੇ ਨੂੰ ਯਾਦ ਕੋਈ ਨਹੀਂ ਕਰਦਾ। ਜਿੱਤ ਵਾਲੇ ਬੰਦੇ ਨੂੰ ਯਾਦ ਕੀਤੀ ਜਾਂਦੀ ਹੈ। ਇਹ ਦੇਖਿਆ ਜਾਂਦਾ ਵੀ ਸੀਟ ਜਿੱਤੀ ਕਿਸਨੇ ਹੈ, ਸੈਕੰਡ ਕੌਣ ਰਿਹਾ, ਇਹ ਨਹੀਂ ਦੇਖਿਆ ਜਾਂਦਾ ਵੀ ਅਸੀਂ ਸੈਮੀਫਾਈਨਲ ਨਹੀਂ। ਇਹਦੇ ਵਿੱਚ ਥੋੜਾ ਜਿਹਾ ਹੋਊਗੀ ਜੀ ਇਹ ਚੀਜ਼ ਆਉਂਦੀ ਹੈ ਵੀ ਅੱਜ ਇਹ ਮੰਨਣਾ ਪਏਗਾ। ਮੈਂ ਬਹੁਤ ਜਗ੍ਹਾ ਤੇ ਦੇਖਿਆ, ਉਹ ਦੂਸਰੇ ਪਾਸੇ ਲਈ ਮੈਂ ਐਜ਼ ਏ ਐਂਕਰ ਤੁਹਾਡੇ ਨਾਲ ਗੱਲ ਕਰ ਰਿਹਾ, ਐਜ਼ ਏ ਇੱਕ ਛੋਟਾ ਜਿਹਾ ਮਤਲਬ ਇੱਕ ਸਮਝ ਸਕਦੇ ਹੋ ਵੀ ਨਗਰ ਵਾਸੀ ਹੋਣ ਦੇ ਤੌਰ ਤੇ ਵੀ ਗੱਲ ਕਰ ਰਿਹਾ। ਤੁਸੀਂ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਤੁਸੀਂ ਕਿਸੇ ਬੋਰਡ ਦੇ ਵਿੱਚ ਫਲੈਕਸ ਬੋਰਡ ਦੇ ਵਿੱਚ ਆਪਣੀ ਫੋਟੋ ਕਿਉਂ ਨਹੀਂ, ਤੁਹਾਡੀ ਫੋਟੋ ਕਿਉਂ ਨਹੀਂ ਲਗਾਈ? ਕਿੱਥੇ ਸੀ ਤੁਹਾਡੀ ਪਾਰਟੀ ਬਾਜੀ ਉਸ ਵੇਲੇ? ਆਨੰਦਪੁਰ ਸਾਹਿਬ ਦੇ ਵਿੱਚ 13 ਦੇ 13 ਦੇ ਵਿੱਚ ਇਹੋ ਜਿਹੇ ਬੰਦਿਆਂ ਦੀਆਂ ਫੋਟੋ ਲਗਾਈਆਂ ਜਿਹੜੇ ਅਕਾਲੀ ਦਲ ਨਾਲ ਦੂਰ ਦਾ ਰਿਸ਼ਤਾ ਨਹੀਂ। ਜ਼ਿਲ੍ਹਾ ਪ੍ਰਧਾਨ ਦੀ ਫੋਟੋ ਨਹੀਂ ਸੀ। ਮਤਲਬ ਜਿਸ ਬੰਦੇ ਦਾ ਰਸੂਖ ਹੈ ਉਸ ਨੂੰ ਵੋਟਾਂ ਤੋਂ ਦੂਰ ਰੱਖ ਕੇ ਤੁਸੀਂ ਜਿੱਤਦੀ ਕਿਸ ਤਰ੍ਹਾਂ ਕਰ? ਇੱਕ ਐਗਜ਼ਾਮਪਲ ਦਿੱਤੀ ਹੈ ਕਿਉਂਕਿ ਜੀ ਮੈਂ ਐਗਜ਼ਾਮਪਲ ਦਿੱਤੀ ਹੈ ਵੀ ਇੱਕ ਤੁਹਾਡਾ ਰਸੂਖ ਹੈ, ਗੱਲ ਮੈਂ ਦੱਸਦਾ ਇੱਕ ਬੰਦੇ ਦਾ ਰਸੂਖ ਹੈ, ਉਹਨੂੰ ਦੂਰ ਰੱਖ ਕੇ ਮੈਂ ਤੁਹਾਡੀ ਗੱਲ ਤੁਸੀਂ ਸ਼ਹਿਰ ਦੇਖੋ ਕਿੰਨੇ ਜਿਹੜੇ ਫਲੈਕਸ ਲੱਗੇ ਹੋਏ ਆ, ਕਿੰਨੇ ਪੋਸਟਰ ਲੱਗੇ ਜਿਹਨਾਂ ਉੱਤੇ ਮੇਰੀ ਫੋਟੋ ਆ। ਫੋਟੋ ਲਾਉਣਾ ਨਾ ਲਾਉਣਾ ਕੋਈ ਵੱਡੀ ਗੱਲ ਨਹੀਂ ਹੈਗੀ। ਗੱਲ ਸਿੰਬਲ ਦੀ ਗੱਲ ਸੀਗੀ, ਸਿੰਬਲ ਦੇ ਉੱਤੇ ਪਾਰਟੀ ਲੜੀ ਆ ਔਰ ਪੂਰੇ ਪੰਜਾਬ ਸਿੰਬਲ ਤੇ ਪਾਰਟੀ ਲੜੀ ਆ। ਸਾਡਾ ਜਿਹੜਾ ਰਿਜ਼ਲਟ ਆ, ਅਸੀਂ ਇੱਕ ਗੱਲ ਤਾਂ ਪੰਜਾਬ ਦੇ ਵੋਟਰ ਨੇ ਇੱਕ ਗੱਲ ਸਪਸ਼ਟ ਕਰ ਦਿੱਤੀ ਆ ਕਿ ਜਿਹੜਾ ਭਾਵੇਂ ਕਾਂਗਰਸ ਪਾਰਟੀ ਇਲੈਕਸ਼ਨ ਮਸਲ ਪਾਵਰ ਨਾਲ ਜਿੱਤੀ ਆ, ਭਾਵੇਂ ਪ੍ਰਸ਼ਾਸਨ ਦੇ ਜ਼ੋਰ ਨਾਲ ਜਿੱਤੀ ਆ, ਪਰ ਸੈਮੀ ਫਾਈਨਲ 'ਚ ਜਿਹੜੀਆਂ ਫਾਈਨਲ 'ਚ ਦੋ ਹੀ ਪਾਰਟੀਆਂ ਪਹੁੰਚੀਆਂ, ਦੋ ਹੀ ਪਾਰਟੀਆਂ ਹੋਣਗੀਆਂ। ਜਿਹੜੀ ਬਾਕੀ ਪਾਰਟੀਆਂ ਸਾਰੀਆਂ ਜਿਹੜੇ ਫਾਈਨਲ ਮੈਚ 'ਚੋਂ ਬਾਹਰ ਨਿਕਲ ਚੁੱਕੀਆਂ। ਹੁਣ ਜਦੋਂ ਫਾਈਨਲ ਮੈਚ ਆਊਗਾ ਉਹਦੇ ਪਤਾ ਲੱਗੂਗਾ ਉਹ ਦੇਖੇ ਕੌਣ ਜਿੱਤੇਗਾ। ਮੈਂ ਤੁਹਾਡੇ ਨਾਲ ਇੱਕ ਗੱਲ ਮੈਂ ਗਿਲ ਭਾਜੀ ਤੁਹਾਡੇ ਨਾਲ ਇੱਕ ਗੱਲ ਕਰਾਂਗਾ ਕਿਉਂਕਿ ਆਪਸ ਦੇ ਵਿੱਚ ਬਹਿਸ ਵਸਾਈ 'ਚ ਅਸੀਂ ਇਹ ਮੁੱਦਾ ਨਹੀਂ ਖਤਮ ਕਰਨਾ। ਮੈਂ ਤੁਹਾਡੇ ਨਾਲ ਗੱਲ ਕਰਾਂਗਾ ਕਿਉਂਕਿ ਪ੍ਰਸ਼ਨ ਬਹੁਤ ਨੇ ਮੇਰੇ ਕੋਲ ਹਾਲੇ ਜਿਹੜੇ ਮੈਂ ਲੈਣੇ ਨੇ, ਸਮਾਂ ਸਾਡਾ ਸੀਮਤ ਹੁੰਦਾ ਹੈ। ਮੈਂ ਤੁਹਾਡੇ ਕੋਲ ਗਿਲ ਸਾਹਿਬ ਇਹ ਪੁੱਛਣਾ ਚਾਹੁੰਦਾ, ਤੁਸੀਂ ਕਿਹਾ ਵੀ ਸਾਡੇ ਬੰਦੇ ਬੜੇ ਆਮ ਹੁੰਦੇ ਨੇ, ਗਰੀਬ ਬੰਦੇ ਹੁੰਦੇ ਨੇ ਜਾਂ ਜਿਹੜੇ ਹੈਗੇ ਆ। ਵਾਕਈ ਸਹੀ ਗੱਲ ਹੈ ਵੀ ਜਦੋਂ ਆਪਾਂ ਇਹ ਗੱਲ ਕਰ ਰਹੇ ਆ ਵਿਧਾਨ ਸਭਾ ਦੀਆਂ ਚੋਣਾਂ ਦੀ, ਆਪਾਂ ਗੱਲ ਕਰ ਰਹੇ ਆ ਨਗਰ ਕੌਂਸਲ ਦੀਆਂ ਚੋਣਾਂ ਦੀ। ਨਗਰ ਕੌਂਸਲ ਦੀ ਚੋਣ ਜਿਹੜੀ ਹੈਗੀ ਆ ਉਹ ਜਿਹੜਾ ਸਥਾਨਕ ਚਿਹਰਾ ਵੀ ਜਿਹੜਾ ਕਿਤੇ ਨਾ ਕਿਤੇ ਦੇਖਿਆ ਜਾਂਦਾ ਵੀ ਚਿਹਰੇ ਦੀ ਅਹਿਮੀਅਤ ਕੀ ਹੈ। ਤੁਹਾਡੇ ਕੋਲ ਚਿਹਰੇ ਨਹੀਂ ਸੀ, ਤੁਸੀਂ ਕਿਹਾ ਵੀ ਅਸੀਂ ਆਮ ਬੰਦੇ ਨੂੰ ਚੱਕੇ। ਲੇਕਿਨ ਦੂਸਰੇ ਪਾਸੇ ਗਿਲ ਸਾਹਿਬ ਇਹ ਵੀ ਆਇਆ ਵੀ ਕਿਤੇ ਕਿਤੇ ਮੁਕਾਬਲਾ ਕਰਨ ਦੇ ਲਈ ਅੱਜ ਜਿਹੜੇ ਚੋਣਾਂ ਹੋਈਆਂ ਨੇ, ਜਿਸ ਤਰ੍ਹਾਂ ਅਸੀਂ ਦੇਖਿਆ ਇਸ ਦੇ ਵਿੱਚ ਪੈਸਾ ਤੇ ਸ਼ਰਾਬ ਬਹੁਤ ਜ਼ਿਆਦਾ ਵੰਡੀ ਗਈ ਹੈ। ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਨੇ ਨਹੀਂ ਵੰਡੀ ਤਾਂ ਕਮਜ਼ੋਰੀ ਰਹਿ ਗਈ। ਵੇਖੋ ਜੀ ਸ਼ਮੀ ਜੀ, ਮੁੱਖ ਦੀ ਗੱਲ ਇਹ ਹੈ ਜੀ 10 ਸਾਲ ਅਕਾਲੀਆਂ ਦਾ ਰਾਜ ਰਿਹਾ ਜੀ ਤੇ ਕਾਂਗਰਸ ਉਹਨਾਂ ਤੇ ਐਲੀਗੇਸ਼ਨ ਲਾਉਂਦੀ ਰਹੀ ਕਿ ਮਸਲਸ ਪਾਵਰ ਇਹਨਾਂ ਕੋਲ ਹੈ ਜੀ, ਇਹ ਕਮੇਟੀਆਂ ਬਣਾ ਜਾਂਦੇ ਨੇ। ਬਿਲਕੁਲ ਅੱਜ 4 ਸਾਲਾਂ ਤੋਂ ਕਾਂਗਰਸ ਕੋਲ ਰਾਜ ਹੈਗਾ ਤੇ ਹੁਣ ਅਕਾਲੀ ਕਹਿੰਦੇ ਆ ਵੀ ਕਾਂਗਰਸ ਕੋਲ ਮਸਲਸ ਨਹੀਂ ਕੱਲੇ ਅਕਾਲੀ, ਤੁਸੀਂ ਵੀ ਕਹਿੰਦੇ ਹੋ ਮਸਲਸ ਪਾਵਰ ਨਾਲ ਕੰਮ ਕਰ ਗਏ ਹੈ ਨਾ। ਇੱਕ ਤੁਸੀਂ ਵੀ ਕਹਿੰਦੇ ਹੋ, ਤੁਹਾਡੀ ਪਾਰਟੀ ਵੀ ਕਹਿੰਦੀ ਹੈ, ਤੁਹਾਡੇ ਓਪਨ ਲੀਡਰ ਹਰਪਾਲ ਸਿੰਘ ਚੀਮਾ ਵੀ ਗੱਲ ਕਹਿੰਦੇ ਆ ਕਿ ਮਸਲ ਪਾਵਰ ਦੇ ਨਾਲ ਇਲੈਕਸ਼ਨ ਜਿਹੜੀ ਜਿੱਤੀ ਗਈ ਹੈ ਜੀ। ਸਭ ਤੋਂ ਵੱਡੀ ਗੱਲ ਇਹ ਹੈ ਵੀ ਇਹ ਇੱਕ ਦੂਸਰੇ ਤੇ ਦੋਸ਼ ਲਾਉਣ ਵਾਲੀ ਗੱਲ ਹੈਗੀ ਹੈ ਜੀ। ਸਭ ਤੋਂ ਵੱਡੀ ਗੱਲ ਕੀ ਹੈ,
ਵੀ ਦੇਖੋ ਮੈਂ ਤੇ ਮੁੱਦਿਆਂ ਦੀ ਗੱਲ ਬਾਅਦ 'ਚ ਹੁੰਦੀ, ਮੈਂ ਤੇ ਇੱਕ ਹੋਰ ਗੱਲ ਕਹਿੰਦਾ ਵਾਂ, ਮੈਂ ਇਸ ਪ੍ਰੋਗਰਾਮ ਦੇ ਰਾਹੀਂ ਆਮ ਵੋਟਰ ਨੂੰ, ਜਨਤਾ ਨੂੰ ਵੀ ਇੱਕ ਮੈਸੇਜ ਦੇਣਾ ਵਾ ਕਿ ਥੋੜ੍ਹੀ ਜਿਹੀ ਲਾਲਚ ਪਿੱਛੇ ਵੀ ਭਵਿੱਖ ਨਾ ਖਰਾਬ ਕਰੋ, ਨਾ ਪੰਜਾਬ ਦਾ ਭਵਿੱਖ ਖਰਾਬ ਕਰੋ। ਹੋਰ ਆਉਣ ਵਾਲੇ ਟਾਈਮ 'ਚ ਜਿਹੜਾ ਸੈਮੀਫਾਈਨਲ ਕਹਿੰਦੇ, ਕੋਈ ਸੈਮੀਫਾਈਨਲ ਨਹੀਂ ਹੈਗਾ, ਉਹ ਤੇ 2022 'ਚ ਸਾਰਾ ਕੁਝ ਪਤਾ ਲੱਗ ਜਾਣਾ ਹੈ, ਕਿਉਂਕਿ 2022 ਦੀ ਜਿਹੜੀ ਲੜਾਈ ਹੋਏਗੀ ਉਹ ਮੁੱਦਿਆਂ ਦੀ ਲੜਾਈ ਹੋਏਗੀ, ਉਹ ਬਦਲਾਵ ਦੀ ਲੜਾਈ ਹੋਏਗੀ। ਜੀ ਕੋਈ ਮਾਇਰਾਕਲ ਹੋਏਗਾ, ਮਤਲਬ ਕੁਝ ਐਸਾ ਜਾਦੂ ਹੋ ਜਾਏਗਾ ਜਿਹਦਾ ਆਮ ਆਦਮੀ ਪਾਰਟੀ ਉਮੀਦ ਕਰ ਰਹੀ ਹੈ ਵੀ ਅਸੀਂ ਬਹੁਤ ਜ਼ਿਆਦੀਆਂ ਸੀਟਾਂ ਲੈ ਕੇ, ਇੱਕ ਵਾਰ ਜਿਸ ਤਰ੍ਹਾਂ ਪਿਛਲੀ ਵਾਰ ਵੀ ਤੁਸੀਂ ਕਿਹਾ ਸੀ 100 ਸੀਟਾਂ ਜਿੱਤਾਂਗੇ ਤੇ ਅਸੀਂ ਪੰਜਾਬ ਦੇ ਵਿੱਚ ਰਾਜ ਕਰਾਂਗੇ, ਕੋਈ ਇਸ ਤਰ੍ਹਾਂ ਦਾ ਫਿਰ ਮਾਇਰਾਕਲ ਹੋਏਗਾ ਜਿਹੜਾ ਅੱਜ 1 ਸਾਲ ਪਹਿਲਾਂ ਤੱਕ ਤਾਂ ਦਿਖਾਈ ਨਹੀਂ ਦੇ ਰਿਹਾ ਕਿਤੇ, ਜਦ ਕਿ ਪਿਛਲੀ ਵਾਰ 4 ਸਾਲ ਪਹਿਲਾਂ ਤੱਕ ਸੀ, 1 ਸਾਲ ਪਹਿਲਾਂ ਜਦੋਂ ਇਲੈਕਸ਼ਨ ਵਾਲੇ ਸੀ ਅਸੀਂ ਮੰਨ ਰਹੇ ਸੀਗੇ ਸਾਰੇ ਲੋਕ ਵੀ ਹਾਂ ਆਮ ਆਦਮੀ ਪਾਰਟੀ ਬਣ ਸਕਦੀ ਹੈ, ਪਰ ਸਾਲ ਦੇ ਵਿੱਚ ਆਮ ਆਦਮੀ ਪਾਰਟੀ ਆਪਣੇ ਆਪ 'ਚ ਖਤਮ ਹੋ ਗਈ। ਹੁਣ ਤੁਸੀਂ ਸੋਚਦੇ ਵੀ ਇਹ ਸਾਲ ਦੇ ਵਿੱਚ ਕਿਤੇ ਨਾ ਕਿਤੇ ਕੋਈ ਜਾਦੂ ਹੋ ਜਾਏਗਾ ਵੀ ਤੁਹਾਡੀ ਪਾਰਟੀ ਜਿਹੜੀ ਮਾਇਰਾਕਲ ਕਰਕੇ ਉਹ ਸੀਐਮ ਦੇ ਅਹੁਦੇ ਤੱਕ ਪੁੱਜ ਜਾਏਗੀ? ਨਹੀਂ ਜੀ, ਆਉਣ ਵਾਲੇ ਟਾਈਮ 'ਚ ਅਸੀਂ ਆਪਣੀਆਂ ਗੱਲਾਂ ਲੋਕਾਂ ਤੱਕ ਨਹੀਂ ਪਹੁੰਚਾਵਾਂਗੇ, ਨਹੀਂ 4 ਸਾਲ ਦੀ ਗੱਲਾਂ ਨਹੀਂ ਪਹੁੰਚਾ ਸਕਦੇ। ਹੁਣ ਤਾਂ ਨਹੀਂ, ਕਿਸਾਨ ਜਿਹੜਾ ਹੈ ਜੀ ਕਿੱਥੇ ਬੈਠਾ ਹੋਇਆ ਹੈ, ਠੀਕ ਹੈ ਨਾ। ਹੁਣ ਜਿਹੜਾ ਇੱਕ ਬਦਲਾਵ ਦਾ ਬਿਆਰ ਚੱਲਿਆ ਹੋਇਆ ਹੈ, ਉਹ ਕਿਸਾਨੀ ਅੰਦੋਲਨ ਨਾਲ ਉਹ ਬਿਆਰ ਚੱਲਿਆ, ਉਹਦਾ ਅਸਰ ਕਮੇਟੀ ਦੇ ਇਲੈਕਸ਼ਨ ਤੇ ਵੀ ਨਜ਼ਰ ਆਇਆ, ਹੋਰ ਅੱਗੇ ਚੱਲ ਕੇ ਵੀ ਨਜ਼ਰ ਆਏਗਾ। ਉਹ ਸਾਹਮਣੇ ਸਾਫ਼ ਸ਼ੀਸ਼ੇ ਵਾਂਗੂ ਨਜ਼ਰ ਆ ਰਿਹਾ ਨਾ। ਉਹਦੇ ਵਿੱਚੋਂ ਤਾਂ ਭਾਰਤੀ ਜਨਤਾ ਪਾਰਟੀ ਜਿਹੜੀ ਕਹਿ ਰਹੀ ਹੈ ਵੀ ਅਸੀਂ 117 ਸੀਟਾਂ 'ਚੋਂ ਬਹੁਤ ਸਾਰੀਆਂ ਸੀਟਾਂ ਜਿੱਤਾਂਗੇ, ਉਹਦੇ ਉੱਤੇ ਫਰਕ ਪੈ ਸਕਦਾ, ਦੂਸਰੀ ਪਾਰਟੀ ਦੇ ਉੱਤੇ ਤਾਂ ਮੇਰੇ ਹਿਸਾਬ ਨਾਲ ਇਸ ਚੀਜ਼ ਦਾ ਕੋਈ ਫਰਕ ਨਹੀਂ ਪਏਗਾ। ਮੈਂ ਪਸੀਨ ਸਾਹਿਬ ਤੁਹਾਡੇ ਕੋਲੋਂ ਗੱਲ ਕਰਦਾ, ਕਿਉਂਕਿ ਇਲਜ਼ਾਮ ਜਿਹੜੇ ਲੱਗਦੇ ਰਹਿੰਦੇ ਨੇ, ਇਸ ਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ ਹੈ, ਲੇਕਿਨ ਮੁੱਦੇ ਨਦਾਰਦ ਕਿਉਂ ਹੋ ਜਾਂਦੇ ਨੇ, ਜਦ ਕਿ ਅਸੀਂ 1 ਮਹੀਨੇ ਪਹਿਲੇ ਤੱਕ ਮੁੱਦੇ ਸਾਰਾ ਸ਼ਹਿਰ ਕਹਿ ਰਿਹਾ ਸੀ ਵੀ ਇਹ ਨਗਰ ਕੌਂਸਲ ਦੇ ਮੁੱਦੇ ਹੈ, ਇਹ ਚੁੱਕਣੇ ਚਾਹੀਦੇ ਨੇ, ਸਾਡੀ SDTV ਪ੍ਰਾਈਮ ਨੇ ਮੁੱਦੇ ਚੁੱਕੇ ਵੀ ਹੈ, ਲੇਕਿਨ ਜਦੋਂ ਅਸੀਂ ਚੋਣਾਂ ਦੇ ਵਿੱਚ ਜਾ ਕੇ ਚੋਣ ਦਾ ਪੁੱਛਿਆ ਵੀ ਤੁਸੀਂ ਕਿਸ ਚੀਜ਼ ਤੇ ਪਾਓਗੇ, ਸਾਨੂੰ 5-10% ਲੋਕਾਂ ਨੇ ਵੀ ਨਹੀਂ ਕਿਹਾ ਵੀ ਅਸੀਂ ਮੁੱਦਿਆਂ ਤੇ ਪਾਓਗੇ। ਬਹੁਤ ਸਾਰੇ ਮੁੱਦੇ ਅੱਜ ਕੇਵਲ ਅਨੰਦਪੁਰ ਸਾਹਿਬ 'ਚ ਨਹੀਂ, ਨੰਗਲ, ਰੋਪੜ, ਕੀਰਤਪੁਰ ਸਾਹਿਬ, ਜਿੱਥੇ ਜਿੱਥੇ ਵੀ ਚੋਣਾਂ ਹੋਈਆਂ, ਮੁੱਦੇ ਨਦਾਦ ਸੀਗੇ, ਜਾਂ ਚਿਹਰਾ ਅੱਗੇ ਸੀ ਜਾਂ ਸ਼ਰਾਬ ਤੇ ਪੈਸਾ ਅੱਗੇ ਸੀ। ਅਜਿਹਾ ਕਿਉਂ ਹੁੰਦਾ ਹੈ? ਨਹੀਂ, ਐਸੀ ਕੋਈ ਗੱਲ ਨਹੀਂ ਸੀ। ਮੈਂ ਫਿਰ ਤੁਹਾਨੂੰ ਇਹੀ ਗੱਲ ਕਹਿਣੀ ਚਾਹੁੰਦਾ ਕਿ ਕਾਂਗਰਸ ਪਾਰਟੀ ਦੇ ਵਰਕਰਾਂ ਨੇ ਬਹੁਤ ਅੰਤ ਤੱਕ ਮਿਹਨਤ ਕੀਤੀ, 4 ਸਾਲਾਂ ਤੋਂ ਲੱਗੇ ਹੋਏ ਸੀ, ਔਰ ਕਾਂਗਰਸ ਪਾਰਟੀ ਨੇ ਕੰਮ ਵੀ ਬਹੁਤ ਜ਼ਿਆਦਾ ਕੀਤੇ। ਜਿੱਥੇ ਮੁੱਦੇ ਦੀ ਗੱਲ ਕਰਦੇ ਆ, ਉਹ ਮੁੱਦਾ ਕੋਈ ਮੇਰੇ ਖਿਆਲ 'ਚ ਵੀ ਅਨੰਦਪੁਰ ਸਾਹਿਬ 'ਚ ਛੱਡਿਆ ਕੋਈ ਨਹੀਂ ਹੈਗਾ ਜਿਹੜਾ ਵੀ ਕੋਈ ਨਾ ਪੂਰਾ ਕੀਤਾ ਹੋਵੇ। ਤੁਸੀਂ ਉਹ ਚੱਕਿਆ ਸੀ, ਤੁਸੀਂ ਮੇਰੇ ਕੋਲ ਕਿਹਾ ਸੀ ਵੀ ਸਾਨੂੰ ਆਹ ਬੇਰੁਜ਼ਗਾਰ ਕਰਤਾ, ਇਹ ਪ੍ਰਧਾਨ ਸਹੀ ਨਹੀਂ ਹੈਗਾ, ਇਹ ਮੁੱਦਿਆਂ ਦੇ ਵਿੱਚ ਲਟਕਾ ਦਿੱਤਾ। ਅੱਜ ਹੁਣ ਤੁਸੀਂ ਕਹਿ ਰਹੇ ਹੋ ਵੀ ਇਹ ਮੁੱਦੇ ਸਾਰੇ ਸਹੀ ਸੀਗੇ। ਬਿਲਕੁਲ ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ। ਉਹ ਇੱਕ ਮੁੱਦੇ ਦੇ ਵਿੱਚ ਅਲੱਗ ਇਸ਼ੂ ਸੀਗਾ, ਉਹ ਇੱਕ ਸੈਪਰੇਟ ਇਸ਼ੂ ਸੀ ਸਾਡਾ, ਉਹ ਪਾਰਟੀਬਾਜ਼ੀ ਤੋਂ ਅਲੱਗ ਸੀ ਮੈਟਰ। ਫਿਰ ਪਾਰਟੀ ਜੇ ਇੰਨੇ ਕੰਮ ਕੀਤੇ ਸੀਗੇ ਪਾਰਟੀ ਨੇ, ਤਾਂ ਇਹਨਾਂ ਦਾ ਕੁਐਸਚਨ ਵਾਜਬ ਬਣਦਾ ਹੈ, ਫਿਰ ਉਹ ਹੱਥ ਕਿੱਥੇ ਸੀ ਜਿਸ ਦੇ ਉੱਤੇ ਲੋਕਾਂ ਨੇ ਮੋਹਰ ਲਾਣੀ ਸੀ? ਮੈਂ ਤੁਹਾਨੂੰ ਇਹ ਲੱਗਿਆ ਦੱਸਣ ਜੀ ਵੀ ਇੱਥੇ ਪਾਰਟੀ ਨੇ ਸਾਡੀ ਨੇ ਇਹ ਫੈਸਲਾ ਕੀਤਾ ਸੀ ਜੀ ਵੀ ਪੰਜਾਬ ਦੇ ਵਿੱਚ ਸਿੰਬਲ ਤੇ ਇਲੈਕਸ਼ਨ ਲੜਨੇ, ਪਰ ਹਲਕਾ ਵਿਧਾਇਕਾਂ ਨੂੰ ਇਹ ਪਾਵਰ ਦੇ ਦਿੱਤੀ ਸੀ ਵੀ ਜੇਕਰ ਤੁਸੀਂ ਆਪਣੇ ਲੈਵਲ ਤੇ ਕੋਈ ਨਹੀਂ ਲੜਨਾ ਚਾਹੁੰਦਾ ਸਿੰਬਲ ਤੇ ਇਲੈਕਸ਼ਨ ਕਿਸੇ ਵੀ ਕੌਂਸਲ ਦੇ ਵਿੱਚ, ਉਹ ਤੁਸੀਂ ਆਪਣੇ ਲੈਵਲ ਤੇ ਇਲੈਕਸ਼ਨ ਲੜ ਸਕਦੇ ਹੋ ਜੀ। ਉਹਦੇ ਵਿੱਚ ਇੱਕ ਅਲੱਗ ਪਹਿਚਾਣ ਜਿਹੜੀ ਹੈ ਸਾਡੇ ਲੋਕਾਂ ਦੀ ਹੈਗੀ ਸੀਗੀ ਵੀ ਇਹ ਕਾਂਗਰਸ ਪਾਰਟੀ ਦੇ ਆ, ਇਹ ਅਕਾਲੀ ਦਲ ਦੇ ਆ, ਇਹ ਆਮ ਆਦਮੀ ਪਾਰਟੀ ਦੇ ਆ। ਜਾਣੀ ਕਿ ਕਾਂਗਰਸ ਪਾਰਟੀ ਦੇ ਜਿਹੜੇ ਜਿੰਨੇ ਵੀ MC ਖੜੇ ਸੀ ਸਾਡੇ, ਉਹ ਸਾਰਿਆਂ ਦੀ ਅਲੱਗ ਪਹਿਚਾਣ ਸੀ ਜੀ। ਇਹ ਸਾਰਿਆਂ ਨੂੰ ਪਤਾ ਸੀ ਵੀ ਇਹ ਕਾਂਗਰਸ ਪਾਰਟੀ ਦਾ ਜੀ। ਇਹ ਡਾਬਰਾ ਸਾਹਿਬ ਇੱਥੇ ਇਹ ਮੈਂ ਗੱਲ ਵੱਡੀ ਕਰ ਦਵਾਂ ਇਹਨਾਂ ਦੀ ਜੀ। ਇਹ ਡਰਦੇ ਸੀ ਇਸ ਗੱਲ ਤੋਂ ਵੀ ਜੇ ਸਿੰਬਲ ਦੇ ਉੱਤੇ ਸਾਨੂੰ ਵੋਟਾਂ ਨਹੀਂ ਪੈਣੀਆਂ, ਇਹਨਾਂ ਨੂੰ ਆਪਣੇ ਆਪ ਤੇ ਯਕੀਨ ਨਹੀਂ ਸੀਗਾ, ਕਿਉਂਕਿ ਇਹਨਾਂ ਨੇ ਤਜਰਬਾ 2019 ਚ ਕਰਕੇ ਦੇਖ ਲਿਆ ਸੀ। ਨਹੀਂ ਐਸੀ ਕੋਈ ਗੱਲ ਨਹੀਂ ਪ੍ਰਧਾਨ ਜੀ। ਲੱਗਿਆ ਤੁਸੀਂ ਸਰ ਸੁਣੋ, 2019 ਦੇ ਵਿੱਚ ਤੁਸੀਂ ਜਿਹੜੀ ਹੈਗੀ ਆ ਜਦੋਂ ਪਾਰਲੀਮੈਂਟ ਦੀ ਚੋਣ ਲੜੀ ਆ, ਉਦੋਂ ਤੁਸੀਂ 9700 ਵੋਟਾਂ ਤੇ ਤੁਹਾਡਾ ਜਿਹੜਾ ਪੰਜਾ ਹੈਗਾ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ 'ਚ ਹਾਰ ਗਿਆ ਸੀਗਾ। ਨਹੀਂ ਇਹ ਜੀ ਕੋਈ ਗੱਲ ਨਹੀਂ ਹੈ ਪ੍ਰਧਾਨ ਜੀ, ਇਹ ਜੀ ਗੱਲ ਕੋਈ ਨਹੀਂ ਹੈ ਪ੍ਰਧਾਨ ਜੀ। ਮੈਂ ਤੁਹਾਨੂੰ ਇਹ ਵੀ ਤੁਹਾਨੂੰ ਮੈਂ ਲਿਆ ਜਾਂਦਾ, ਇਹ ਨੰਗਲ ਇਹ ਜੀ ਕੋਈ ਗੱਲ ਨਹੀਂ ਹੈਗੀ। ਦੇਖੋ ਗੱਲ ਜਿਹੜੀ ਇਹ ਕਹਿੰਦੇ 4 ਸਾਲ ਦੇ ਕੰਮਾਂ ਦੀ, 4 ਸਾਲ ਦੇ ਕੰਮਾਂ ਦੀ ਤਾਂ ਜੇ 1.5 ਸਾਲ ਹੋਇਆ ਨਾ ਕਿ ਜਿਹੜਾ ਤੁਹਾਡੀ ਆਪਣੀ ਪਾਰਲੀਮੈਂਟ ਦੀ ਚੋਣ ਹੋ ਕੇ ਹਟੀ ਆ, ਜੇ ਤੁਹਾਡੇ ਲੋਕਾਂ ਨੇ ਕੰਮਾਂ ਤੇ ਮੋਹਰ ਲਾਈ ਹੁੰਦੀ ਤਾਂ 1.5 ਸਾਲ ਪਹਿਲਾਂ ਜਿਹੜੀ ਪਾਰਲੀਮੈਂਟ ਦੀ ਚੋਣ ਹੋਈ ਆ, ਉਹਦੇ 'ਚ ਅਨੰਦਪੁਰ ਸਾਹਿਬ ਹਲਕੇ ਦੇ ਵਿੱਚੋਂ ਤੁਹਾਡੀ ਪਾਰਟੀ ਜਿਹੜੀ 9700 ਵੋਟਾਂ ਤੇ ਹਾਰਦੀ ਨਾ। ਆ ਦੂਸਰੀ ਗੱਲ ਮੈਂ ਗੱਲ ਲੱਗਿਆ ਕਹਿਣ, ਇਹ ਜਿਹੜੀ ਅੱਜ ਇਲੈਕਸ਼ਨ ਆ, ਇਹ ਤੁਹਾਡੇ ਕੰਮਾਂ ਦਾ ਫਤਵਾ ਨਹੀਂ ਹੈਗਾ।
ਇਹ ਤਾਂ ਸਿਰਫ ਮਸਲ ਪਾਵਰ ਦੀ ਜਿਹੜੀ ਵਰਤੋਂ ਆ ਉਹਦੇ ਕਰਕੇ ਇਲੈਕਸ਼ਨ ਜਿੱਤੀ ਗਈ ਆ, ਜਿਹਦੇ ਨਾਲ ਆਉਣੇ ਵਾਲੇ ਸਮੇਂ 'ਚ ਕਹਿੰਦਾ ਜਮਾਨਾ ਵਾਲ ਕਿੱਡੇ ਕਿੱਡੇ ਕਹਿੰਦਾ ਸਾਹਮਣੇ ਆ ਜਾਣੇ ਆ, ਉਹ ਤੁਹਾਨੂੰ ਪਤਾ ਲੱਗ ਜਾਣਾ ਕਿ ਜਿਹੜੀ ਹੈਗੀ ਆ ਇਹ ਤੁਹਾਡੇ ਸਾਰਾ ਕੁਝ ਗੱਲਾਂ, ਇਸ ਕਰਕੇ ਇਹ ਨਹੀਂ ਗੱਲਾਂ ਹੈਗੀਆਂ। ਗੱਲਾਂ ਇੱਕ ਚੀਜ਼ ਹੋਰ ਆ ਕੇ ਮੈਂ ਇੱਕ ਮਿੰਟ, ਮੈਂ ਗਿਲ ਸਾਹਿਬ ਤੁਹਾਡੇ ਕੋਲ ਆਉਣਾ। ਮੈਂ ਜਿਹੜੀ ਗੋਗੀ ਭਾਜੀ ਤੁਸੀਂ ਜਿਹੜੀ ਗੱਲ ਕਹੀ ਹੈ, ਮੈਂ ਇਹਦੇ ਨਾਲ ਥੋੜਾ ਜਿਹਾ ਸਹਿਮਤ ਨਹੀਂ ਹੈਗਾ ਵੀ ਇਹਨਾਂ ਨੇ ਸਿਰਫ ਇਸ ਗੱਲ ਕਰਕੇ ਵੋਟਾਂ ਨਹੀਂ ਪਈਆਂ ਜਾਂ ਵੋਟਾਂ ਪਈਆਂ। ਉਹ ਸੀ ਇੱਕ ਚੋਣ ਮੈਂਬਰ ਪਾਰਲੀਮੈਂਟ ਦੀ, ਹੋ ਸਕਦਾ ਤੁਹਾਡੀ ਪੂਰੀ ਸਾਡੀ ਕੰਸਟੀਚੁਐਂਸੀ ਨੂੰ ਮਨੀਸ਼ ਤਿਵਾੜੀ ਜੀ ਪਸੰਦ ਨਾ ਆਏ ਹੋਣ। ਇਹਦੇ ਵਿੱਚ ਚਿਹਰਾ ਵੀ ਜਿਹੜਾ ਅਹਿਮੀਅਤ ਰੱਖਦਾ ਸੀ ਕਿਉਂਕਿ ਉਹ ਬਾਹਰ ਦੇ ਸੀਗੇ, ਅਨੰਦਪੁਰ ਸਾਹਿਬ ਜਾਂ ਸਾਡੇ ਹਲਕੇ ਦੇ ਨਾਲ ਕੋਈ ਉਹਨਾਂ ਦਾ ਸੰਬੰਧ ਨਹੀਂ ਸੀਗਾ। ਇੱਕ ਮਿੰਟ, ਗੱਲ ਪਾਰਟੀ ਦੀ ਨਹੀਂ, ਗੱਲ ਇੱਕ ਮੈਂ ਗੱਲ ਕਰਦਾ ਇੱਥੇ ਜਿਹੜੀ ਮੇਰੇ ਹਿਸਾਬ ਦੇ ਨਾਲ ਅਨੰਦਪੁਰ ਸਾਹਿਬ ਦੇ ਵਿੱਚ ਤਾਂ ਕਰਕੇ ਕਾਂਗਰਸ ਨੇ ਆਪਣਾ ਹੱਥ ਪੰਜਾ ਨਹੀਂ ਦਿੱਤਾ ਕਿਉਂਕਿ ਇੱਥੇ ਕਾਂਗਰਸ ਪਾਰਟੀ ਟੁਕੜਿਆਂ ਦੇ ਵਿੱਚ ਵੰਡੀ ਹੋਈ ਹੈ। ਇੱਥੇ ਕਦੀ ਤੁਸੀਂ ਦੇਖਿਆ ਵੀ ਜਿਹੜੇ ਲੋਕ ਸਭਾ ਦੇ ਸਪੀਕਰ ਹੈਗੇ ਆ ਉਹ ਅਨੰਦਪੁਰ ਸਾਹਿਬ ਜਾ ਕੇ ਕਿਤੇ ਰੈਲੀ ਕਰਦੇ ਹੋਣ, ਕਿਤੇ ਬੰਦਿਆਂ ਨੂੰ ਆ ਕੇ ਮਿਲਦੇ ਹੋਣ, ਕਿਤੇ ਬੈਠਦੇ ਹੋਣ ਆਪਣੇ ਪਾਰਟੀ ਵਾਲਿਆਂ ਨਾਲ, ਕਿਉਂਕਿ ਇੱਥੇ ਧੜੇ ਹੈ। ਇੱਥੇ ਇੱਕ ਧੜੇ ਕੋਲ ਜਾਂਦੇ ਤਾਂ ਦੂਜਾ ਧੜਾ ਨਾਰਾਜ਼ ਹੋ ਜਾਏਗਾ। ਇਸੇ ਤਰ੍ਹਾਂ ਜਦੋਂ ਵੋਟਾਂ ਦੀ ਗੱਲ ਆਈ ਹੈ ਤਾਂ ਵੋਟਾਂ ਦੇ ਵਿੱਚ ਵੀ ਇਹ ਆ ਗਿਆ ਵੀ ਕਿਹੜੇ ਧੜੇ ਵਾਲਿਆਂ ਨੂੰ ਮੈਂ ਹੱਥ ਪੰਜਾ ਦੇ ਦਾਂਗਾ। ਇਸ ਲਈ ਇਹ ਫੈਸਲਾ ਲਿਆ ਗਿਆ ਸੀਗਾ ਵੀ ਇਹਦੇ ਨਾਲੋਂ ਬੈਟਰ ਹੈ ਵੀ ਆਪਾਂ ਆਜ਼ਾਦ ਲੜੀਏ, ਜਿੱਥੇ ਤੱਕ ਮੈਂ ਸੋਚਦਾ, ਕਿਉਂਕਿ ਜਿਹੜੀ ਉਹਨਾਂ ਦੀ ਸਿਆਸਤ ਹੈ, ਜਿਹੜੀ ਉਹਨਾਂ ਦੀ ਸਿਆਸਤ ਹੈ। ਤੁਸੀਂ ਇਹ ਗੱਲ ਸੋਚਦੇ ਆ ਫਿਰ ਕਾਂਗਰਸ ਪਾਰਟੀ ਜਿਹੜੀ ਸਰਕਾਰ ਦੇ ਵਿੱਚ ਮੌਜੂਦਾ, ਜਿੱਥੇ ਸਾਡੇ ਵਿਧਾਨ ਸਭਾ ਸਾਡੇ ਸਪੀਕਰ ਸਾਹਿਬ ਵੀ ਇਸ ਹਲਕੇ ਸੰਬੰਧ ਰੱਖਦੇ ਆ, ਜੇ ਉਹਨਾਂ ਦੇ ਹਲਕੇ 'ਚ ਇੰਨੀ ਪਾਰਟੀ ਟੁਕੜੇ ਹੋ ਚੁੱਕੀ ਆ, ਫਿਰ ਤਾਂ ਉਹਨਾਂ ਦੀ ਮੈਂ ਸਮਝਦਾ ਲੀਡਰਸ਼ਿਪ ਕਮਜ਼ੋਰ ਹੈ। ਲੀਡਰਸ਼ਿਪ ਕਮਜ਼ੋਰ ਹੈ, ਫਿਰ ਕੋਈ ਪ੍ਰਧਾਨ ਨੇ ਵੀ ਰੌਲਾ ਪਊਗਾ ਇਸ ਗੱਲ ਦਾ। ਕੋਈ ਜੀ ਦੂਸਰੀ ਗੱਲ ਇਹ ਹੈ ਵੀ ਮੈਂ ਭਸੀਨ ਸਾਹਿਬ ਕੋਈ ਟੁਕੜਾ ਨਹੀਂ ਹੋਇਆ, ਨਹੀਂ ਹੈ ਕਿ ਕੋਈ ਨੈਸ਼ਨਲ ਲੈਵਲ ਦੀ ਪਾਰਟੀ ਕਹੇ ਵੀ ਸਾਡੇ ਕੈਂਡੀਡੇਟ ਆਜ਼ਾਦ ਖੜੇ ਹੋਏ ਆ। ਇਹ ਗੱਲ ਗਲੇ ਨਹੀਂ ਉਤਰਦੀ, ਗਲੇ ਉਤਰਦੀ ਨਹੀਂ ਹੈਗੀ। ਮੈਂ ਤੁਹਾਡੇ ਧਿਆਨ 'ਚ ਲਿਆ ਦਿੰਦਾ ਹੈ, ਸਾਡੀ ਕਾਂਗਰਸ ਪਾਰਟੀ ਦਾ ਅਨੰਦਪੁਰ ਸਾਹਿਬ ਤੋਂ ਪਿਛਲੇ ਸਮੇਂ ਤੋਂ ਕੋਈ ਵੀ ਜਿਹੜਾ ਬੰਦਾ ਹੈ ਸਿੰਬਲ ਤੇ ਇਲੈਕਸ਼ਨ ਨਹੀਂ ਲੜਦਾ। ਇਹ ਤੁਹਾਡੇ ਮੈਂ ਧਿਆਨ ਚ ਲਿਆਦਾ। ਪਿਛਲੇ ਇਲੈਕਸ਼ਨ ਤੁਸੀਂ ਕੱਢ ਕੇ ਦੇਖ ਲਓ ਜੀ। ਹੁਸੈਨ ਸਾਹਿਬ, ਐਤਕੀ ਤੁਹਾਡੀ ਪਾਰਟੀ ਨੇ ਫੈਸਲਾ ਕੀਤਾ ਸੀ ਕਿ ਸਮੁੱਚੇ ਪੰਜਾਬ ਦੀਆਂ ਚਾਹੇ ਨਗਰ ਪੰਚਾਇਤਾਂ, ਚਾਹੇ ਨਗਰ ਕੌਂਸਲਾਂ, ਚਾਹੇ ਨਗਰ ਨਿਗਮ ਆ, ਸਾਰੀਆਂ ਸਾਰਾ ਚੋਣਾਂ ਜਿਹੜੀਆਂ ਹੈਗੀਆਂ ਸਿੰਬਲ ਤੇ ਲੜੀਆਂ ਜਾਣੀਆਂ। ਪ੍ਰਧਾਨ ਜੀ ਤੁਸੀਂ ਕਹਿਣਾ ਕਿਆ ਚਾਹੁੰਦੇ? ਤੁਸੀਂ ਇੱਕ ਮਿੰਟ, ਜਿਹਦੇ ਕਰਕੇ ਜਿਹੜੀ ਹੈਗੀ ਆ, ਤੁਸੀਂ ਇੱਕ ਗੱਲ ਦੱਸੋ ਮੈਨੂੰ। ਦੇਖੋ ਮੈਂ ਤੁਹਾਨੂੰ ਗੱਲ ਪੁੱਛਣਾ ਚਾਹੁੰਦਾ, ਚਮਕੌਰ ਤੁਸੀਂ ਮੈਨੂੰ ਇੱਕ ਗੱਲ ਦੱਸੋ, ਤੁਸੀਂ ਕਹਿੰਦੇ ਹੋ ਕਾਂਗਰਸੀ ਨਹੀਂ ਹੈ। ਅੱਜ ਆਜ਼ਾਦ ਜਿੱਤੇ ਨੇ ਲੇਕਿਨ ਉਹਨਾਂ ਦੇ ਉੱਤੇ ਮੋਹਰ ਕਾਂਗਰਸ ਦੀ ਹੈ। ਮੈਂ ਕਿਹਾ ਜੀ ਉਹ ਚਾਹੇ ਕਾਂਗਰਸੀ ਲੱਗੀ ਹੋਈ ਆ, ਜੇ ਨਹੀਂ ਜੀ ਹੈ ਹੀ ਕਾਂਗਰਸੀ ਸੀਗੇ ਜੀ ਉਹ। ਜਿੱਤੇ ਨੇ ਬਾਕੀ ਜਗ੍ਹਾ ਤੇ ਵੀ ਡਾਬਰਾ ਸਾਹਿਬ ਜੇ ਕਾਂਗਰਸੀ ਹੈਗੇ ਸਨ ਤੇ ਸਿੰਬਲ ਤੇ ਲੜਨ ਨੂੰ ਕਿਉਂ ਪ੍ਰੇਰਿਤ ਕੀਤਾ? ਨਹੀਂ ਉਹ ਡਰਦੇ ਸੀ, ਉਹ ਵੀ ਡਰਦੇ ਸੀਗੇ ਵੀ ਅਸੀਂ ਲੋਕਾਂ ਦੇ ਕੰਮ ਨਹੀਂ ਕੀਤੇ ਤੇ ਕਹਿੰਦੇ ਸਾਨੂੰ ਵੋਟ ਨਹੀਂ ਪੈਣੀ। ਹੁਣ ਮੈਂ ਆਮ ਆਦਮੀ ਪਾਰਟੀ ਤੁਹਾਡੇ ਨਾਲ ਗੱਲ ਕਰਦਾ। ਗਿੱਲ ਸਾਹਿਬ ਤੁਸੀਂ ਮੈਨੂੰ ਇਹ ਦੱਸੋ, ਤੁਹਾਡੀਆਂ ਤਾਂ ਬਹੁਤ ਤੋਪਾਂ ਸੀ ਜਿਹੜੀਆਂ ਕਹਿੰਦੇ ਸੀ ਅਸੀਂ ਲੋਕ ਵਿਧਾਨ ਸਭਾ ਦਾ ਚੋਣਾਂ ਲੜਨੀਆਂ ਨੇ, ਅਸੀਂ ਜਿੱਤ ਪ੍ਰਾਪਤ ਕਰਨੀ ਹੈ। ਉਹ ਜਦੋਂ ਹੁਣ ਖੜੇ ਨੇ ਉਹਨਾਂ ਨੂੰ ਵੀ ਤੁਹਾਡੇ ਲੋਕਾਂ ਨੇ ਨਕਾਰ ਦਿੱਤਾ। ਜਦੋਂ ਐਮਸੀ ਨਹੀਂ ਬਣ ਸਕੇ, ਐਮਐਲਏ ਕਿਸ ਤਰ੍ਹਾਂ ਬਣਨਗੇ? ਅਜਿਹਾ ਆਮ ਆਦਮੀ ਪਾਰਟੀ ਦਾ ਗ੍ਰਾਫ ਕਿਉਂ ਗਿਰਿਆ ਇਹਨਾਂ ਚੋਣਾਂ ਦੇ ਵਿੱਚ? ਦੇਖੋ ਸਭ ਤੋਂ ਵੱਡੀ ਗੱਲ ਇਹ ਹੈ ਵੀ ਇਹ ਸਾਡਾ ਪਹਿਲਾ ਲੋਕਲ ਬਾਡੀ ਦਾ ਪਹਿਲਾ ਇਲੈਕਸ਼ਨ ਸੀ ਜੀ। ਕੋਈ ਪ੍ਰਿਪਰੇਸ਼ਨ ਨਹੀਂ ਸੀ, ਔਰ ਬਹੁਤ ਹੀ ਸ਼ਾਰਟ ਟਾਈਮ ਦੇ ਵਿੱਚ ਅਨਾਉਂਸਮੈਂਟ ਕੀਤੀ ਗਈ। ਔਰ ਉਹਨਾਂ ਹਾਲਾਤਾਂ ਦੇ ਵਿੱਚ ਤੁਹਾਨੂੰ ਮੈਂ ਦੱਸਿਆ ਹੀ, ਕਮਜ਼ੋਰੀਆਂ ਦੱਸੀਆਂ, ਬਾਡੀ ਡਿਜ਼ਾਲਵ ਕੀਤੀਆਂ ਹੋਈਆਂ ਸਨ। ਉਹਨਾਂ ਹਾਲਾਤਾਂ ਦੇ ਵਿੱਚ ਕੰਮ ਕਰਨਾ ਥੋੜਾ ਜਿਹਾ ਮੁਸ਼ਕਲ ਹੋ ਰਿਹਾ ਸੀ ਜੀ। ਪਰ ਅਖੀਰਲੇ ਦਿਨਾਂ 'ਚ ਜਿਹੜੇ ਸਾਡੇ ਵਿਧਾਇਕ ਦੀ ਵੀ ਵਾਪਸੀ ਹੋਈ, ਉਹਨਾਂ ਨੇ ਵੀ ਚਲੋ ਸਾਡੇ ਨਾਲ ਮੋਢਾ ਜੋੜ ਕੇ ਤੁਰੇ। ਹੋਰ ਕਾਫੀ ਕੰਮ ਕੀਤਾ ਅਸੀਂ, ਜਿੱਥੇ ਵੀ ਜੋ ਵੀ ਅਸੀਂ ਕਰ ਸਕਦੇ ਸੀ, ਜੋ ਸਾਡੇ ਐਫਰਟਸ ਹਨ ਉਹ ਅਸੀਂ ਐਫਰਟਸ ਲਾਏ ਆ। ਮੈਂ ਇੱਥੇ ਪੁੱਛਣਾ ਚਾਹੁੰਦਾ ਤੁਹਾਡੇ ਕੋਲ ਵੀ ਤੁਸੀਂ ਸਿਰਫ ਗੋਗੀ ਜੀ ਕੋਲ ਪੁੱਛਣਾ ਚਾਹਾਂਗਾ ਵੀ ਗੋਗੀ ਭਾਜੀ ਸਿਰਫ ਜਿਹੜੇ ਹੈ ਅਕਾਲੀ ਦਲ ਦੋਸ਼ ਲਾਉਂਦਾ ਰਹੇਗਾ ਕਾਂਗਰਸ ਜਾਂ ਦੂਸਰੇ ਦੇ ਉੱਤੇ, ਜਾਂ ਹੁਣ ਅੱਗੇ ਨੂੰ ਕੋਈ ਸਟ੍ਰੈਟਜੀ ਬਣਾਏਗਾ ਵੀ ਨਹੀਂ ਕਿਤੇ ਨਾ ਕਿਤੇ ਅਸੀਂ ਸਫਲਤਾ ਪ੍ਰਾਪਤ ਕਰਨੀ ਹੈ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ? ਸਾਡੀ ਜੀ ਪਾਰਟੀ ਦੀ ਬਕਾਇਦਾ ਰਣਨੀਤੀ ਬਣ ਚੁੱਕੀ ਆ। ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਪੰਜਾਬ ਦੇ ਲੋਕਾਂ ਦੀ ਪਾਰਟੀ ਰਿਹਾ, ਪੰਜਾਬ ਦੇ ਭਲੇ ਲਈ, ਪੰਜਾਬ ਦੇ ਵਿਕਾਸ ਲਈ ਵਚਨਬੱਧ ਰਿਹਾ ਔਰ ਹਮੇਸ਼ਾ ਹੀ ਜਿਹੜਾ ਹੈਗਾ ਲੋਕਾਂ ਦੇ ਦੁੱਖ ਸੁੱਖ ਦਾ ਭਾਈਵਾਲ ਰਿਹਾ। ਅਸੀਂ ਇਹ ਸਾਰੀਆਂ ਜਿੱਥੇ ਵੀ ਸਾਡੀਆਂ ਕਮਜ਼ੋਰੀਆਂ ਸੀ ਅਸੀਂ ਪਿਛਲੇ ਸਾਲਾਂ 'ਚ ਦੂਰ ਕੀਤੀਆਂ। 2017 ਤੋਂ ਬਾਅਦ ਲਗਾਤਾਰ ਪਾਰਟੀ ਮੰਥਨ ਕਰਕੇ ਆਪਣੀਆਂ ਕਮਜ਼ੋਰੀਆਂ ਦੂਰ ਕਰਦੀ ਰਹੀ ਆ ਔਰ ਜਿਹਦਾ ਨਤੀਜਾ ਜਿਹੜਾ ਹੈਗਾ ਸਾਨੂੰ ਅੱਗੇ ਦਿਨ ਪਰ ਦਿਨ ਜਿਹੜੀ ਸਾਡੀ ਇੰਪਰੂਵਮੈਂਟ ਹੋ ਰਹੀ ਆ ਕਿ ਜਿਹੜੀ ਪਾਰਟੀ 2017 'ਚ 15 ਸੀਟਾਂ 'ਤੇ ਸਿਮਟ ਕੇ ਰਹਿ ਗਈ ਸੀ, ਅੱਜ ਉਹ ਜਿਹੜੀ ਤੀਜੇ ਨੰਬਰ 'ਤੇ ਪਾਰਟੀ ਆ ਗਈ ਸੀ। ਅੱਜ ਉਹ ਜਿਹੜੀ ਹੈਗੀ ਆ, ਭਾਵੇਂ ਬਾਈ ਇਲੈਕਸ਼ਨ ਹੋਇਆ ਤਾਂ ਵੀ ਅੱਗੇ ਆਈ ਹੈ, ਭਾਵੇਂ ਪਾਰਲੀਮੈਂਟ ਹੋਇਆ ਤਾਂ ਵੀ ਅੱਗੇ ਆਈ ਹੈ, ਭਾਵੇਂ ਮਿਊਨਿਸਪਲ ਕਮੇਟੀ ਦੀਆਂ ਚੋਣਾਂ ਹੋਈਆਂ ਤਾਂ ਵੀ ਉਹ ਦੂਸਰੇ ਨੰਬਰ 'ਤੇ ਆ ਗਈ ਹੈ। ਸਾਡੀ ਇੰਪਰੂਵਮੈਂਟ ਹੋ ਰਹੀ ਹੈ। ਅਸੀਂ ਆਪਣੀਆਂ ਗਲਤੀਆਂ ਨੂੰ ਸੁਧਾਰਦੇ ਹਾਂ। ਜਦੋਂ ਕਿ ਹਰੇਕ ਇਨਸਾਨ ਆਪਣੀ ਜ਼ਿੰਦਗੀ 'ਚ ਵਿਚਰਦਾ, ਭਾਵੇਂ ਕੋਈ ਪਾਰਟੀ ਵਿਚਰਦੀ, ਗਲਤੀਆਂ ਹੋ ਜਾਂਦੀਆਂ। ਪਰ ਜਿਵੇਂ ਹੁਣ ਸਾਡੇ ਗਿੱਲ ਸਾਹਿਬ ਕਹਿ ਰਹੇ ਸੀ ਕਿ ਸੰਦੋਆ ਸਾਹਿਬ ਦੇ ਆਉਣ ਨਾਲ ਸਾਨੂੰ ਫਾਇਦਾ ਹੋਇਆ। ਜੇ ਸੰਦੋਆ ਸਾਹਿਬ ਦੇ ਆਉਣ ਨਾਲ ਫਾਇਦਾ ਹੋਇਆ, ਮੈਂ ਮੁਬਾਰਕਬਾਦ ਦਿੰਦਾ ਨੂੰ ਕਿ ਜਿਹੜੀਆਂ 13,000 ਵੋਟਾਂ ਲੈ ਕੇ ਵਿਧਾਨ ਸਭਾ ਸੰਦੋਆ ਸਾਹਿਬ ਰੋਪੜ ਸ਼ਹਿਰ 'ਚੋਂ ਆਏ ਸੀ,
ਉੱਥੇ ਅੱਜ 1998 ਵੋਟ ਰਹਿ ਗਈ ਇਹਨਾਂ ਦੀ। ਫਿਰ ਤਾਂ ਇਹਨਾਂ ਦੀ ਜਿਹੜੀ ਹੈਗੀ ਜੇ ਸੰਦੋਆ ਸਾਹਿਬ ਨਾਲ ਆਉਣ ਨਾਲ ਐਡਾ ਵੱਡਾ ਹਲਾਰਾ ਮਿਲਿਆ ਤਾਂ ਮੈਂ ਕਹਿੰਦਾ ਵੀ ਹੋਰ ਵੀ ਇਦਾਂ ਦੇ ਲੀਡਰ ਲਿਆਉਣੇ ਚਾਹੀਦੇ ਜਿਹਦੇ ਨਾਲ ਹੋਰ ਵੱਡਾ ਹਲਾਰਾ ਮਿਲੇ। ਇਹ ਸਿਆਸਤ ਦਾ ਇੱਕ ਹਿੱਸਾ ਆਣਾ ਜਾਣਾ। ਮੈਂ ਛੋਟਾ ਜਿਹਾ ਛਵੀ ਜਿਹੀ ਉਦਾਹਰਨ ਦਿੰਦਾ ਵਾਂ। ਪ੍ਰਣਬ ਮੁਖਰਜੀ ਅਖੀਰਲੇ ਟਾਈਮ 'ਚ ਭਾਰਤ ਦੇ ਰਾਸ਼ਟਰਪਤੀ ਬਣੇ। ਉਸ ਤੋਂ ਪਹਿਲਾਂ ਇੰਦਰਾ ਗਾਂਧੀ ਤੋਂ ਨਾਰਾਜ਼ ਹੋ ਕੇ ਬੰਗਾਲ ਦੇ ਵਿੱਚ ਇੱਕ ਲੋਕਲ ਪਾਰਟੀ ਉਹਨਾਂ ਨੇ ਬਣਾਈ ਜਿਹੜੀ ਫੇਲ ਹੋ ਗਈ। ਵਾਪਸ ਆ ਕੇ ਫਾਈਨੈਂਸ ਮਿਨਿਸਟਰ ਬਣੇ ਔਰ ਉਸੇ ਪਾਰਟੀ ਨੇ ਫਿਰ ਉਹਨਾਂ ਨੂੰ ਰਾਸ਼ਟਰਪਤੀ ਬਣਾਇਆ। ਸੋ ਇਹ ਵੀ ਹੈ, ਪ੍ਰਧਾਨ ਜੀ ਵੀ ਕਿਤੋਂ ਆਏ ਸੀ ਫਿਰ ਗਏ ਫਿਰ ਆਏ। ਇਹ ਹਰ ਬੰਦੇ ਤੇ ਪ੍ਰੋਸੈਸ ਹੈ। ਇਹ ਰਾਜਨੀਤੀ ਦਾ ਇੱਕ ਹਿੱਸਾ ਬਣ ਗਿਆ ਹੈ ਆਣਾ ਤੇ ਜਾਣਾ। ਮੈਂ ਤੁਹਾਡੇ ਕੋਲ ਵੀ ਇਹੀ ਪੁੱਛਾਂਗਾ ਵੀ ਕੋਈ ਤੁਹਾਡੀ ਹੁਣ ਸਟ੍ਰੈਟਜੀ ਨਵੀਂ ਬਣੇਗੀ, ਕਿਉਂਕਿ ਹਲੇ ਤੱਕ ਤਾਂ ਤੁਹਾਡੀ ਜਿਹੜੀ ਬਾਡੀ ਨਹੀਂ ਬਣੀ ਹੈਗੀ। ਸਟ੍ਰੈਟਜੀ ਕਿਸ ਤਰ੍ਹਾਂ ਬਣਾਓਗੇ? ਸਾਲ ਰਹਿ ਗਏ ਵਿਧਾਨ ਸਭਾ ਦੀਆਂ ਚੋਣਾਂ ਨੂੰ। ਇੱਕ ਮਿੰਟ ਤੁਹਾਨੂੰ ਨਹੀਂ, ਮੈਂ ਗੋਗੀ ਭਾਈ ਮੈਂ ਜਰਾ ਗਿੱਲ ਸਾਹਿਬ ਨੂੰ ਪੁੱਛਿਆ। ਦੇਖੋ ਸ਼ਮੀ ਜੀ, ਗੱਲ ਇਹ ਹੈ ਵੀ ਇਹ ਉੱਪਰ ਵਾਲਿਆਂ ਦੇ ਫੈਸਲੇ ਹੈ ਔਰ ਜਲਦੀ ਜੋ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਜਲਦੀ ਹੀ ਸਾਰੀ ਡਿਸਟ੍ਰਿਕਟ ਬਾਡੀਆਂ ਰੀਫਾਰਮ ਹੋਣਗੀਆਂ ਔਰ ਸਟੇਟ ਬਾਡੀ ਵੀ ਰੀਫਾਰਮ ਹੋਣ ਜਾ ਰਹੀ ਹੈ। ਜ਼ਿਲ੍ਹਾ ਪ੍ਰਧਾਨ ਨੇ ਵੀ ਤੁਹਾਡਾ ਕਿਤੇ ਨਾ ਕਿਤੇ ਜਿਹੜੇ ਪਿੱਠ ਲਵਾਈ ਹੈ, ਇਹ ਵੀ ਬਹੁਤ ਆ ਰਿਹਾ ਕਿਤੇ ਵੀ ਕਿ ਬਾਅਦ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਜਿਹੜੀਆਂ ਜ਼ਿਲ੍ਹਾ ਬਾਡੀਜ਼ ਬਣਾਈ ਸੀ ਉਹ ਹਲੇ ਇੱਕ ਬੰਦੇ ਤੱਕ ਸੀਮਤ ਰਹਿ ਗਈ। ਕਿਤੇ ਨਾ ਕਿਤੇ ਉਹਨੇ ਵੀ ਵੰਡਬਾਜੀ ਜਿਹੜੀ ਆ ਉਹ ਗੁੱਟਬਾਜੀ ਕਰ ਦਿੱਤੀ। ਮੈਂ ਕਹੂੰਗੀ ਭਾਜੀ ਇੱਕ ਮਿੰਟ ਹੁਣ ਮੈਂ ਅੱਗੇ ਪੁੱਛਾਂਗਾ ਤੁਹਾਡੇ ਕੋਲੋਂ। ਤੁਸੀਂ ਤਾਂ ਜਿੱਤ ਪ੍ਰਾਪਤ ਕੀਤੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਅਗਰ ਅਨੰਦਪੁਰ ਸਾਹਿਬ ਜਿੱਦਾਂ ਨੰਗਲ ਜਾਂ ਰੋਪੜ ਦੀ ਗੱਲ ਕਰੀਏ ਤਾਂ ਉੱਥੇ ਤਾਂ ਕਾਂਗਰਸ ਪਾਰਟੀ ਦੇ ਹੀ ਜਿਹੜੇ ਹੈ ਉਹ ਬਣਨਗੇ। ਹੁਣ ਇੱਥੇ ਜਿਹੜੀ ਸਟੈਂਪ ਹੈਗੀ ਹੈ ਉਹ ਕਾਂਗਰਸ ਦੀ ਲੱਗੇਗੀ ਜਾਂ ਆਜ਼ਾਦ ਹੀ ਕਿਹਾ ਜਾਏਗਾ ਵੀ ਪ੍ਰੈਜ਼ੀਡੈਂਟ ਜਿਹੜਾ ਬਣਾਇਆ ਗਿਆ ਆਜ਼ਾਦ ਬਣਾਇਆ ਗਿਆ? ਨਹੀਂ ਜੀ, ਬਿਲਕੁਲ ਕਾਂਗਰਸ ਪਾਰਟੀ ਦਾ ਪ੍ਰਧਾਨ ਬਣੂਗਾ ਜੀ ਔਰ ਕਾਂਗਰਸ ਪਾਰਟੀ ਦੇ ਜਿੱਤੇ ਹੋਏ ਨੁਮਾਇੰਦੇ ਆ ਜੀ ਔਰ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ। ਸਾਡੇ ਪੰਜਾਬ ਲੋਕ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਨਹੀਂ ਕਰਨਗੇ ਵੀ ਇਸ ਤਾਂ ਆਜ਼ਾਦ ਨੂੰ ਵੋਟ ਪਾਈ ਸੀ ਤੇ ਉਹ ਬੰਦਾ ਕਾਂਗਰਸ ਦਾ ਬਣ ਗਿਆ। ਲੋਕਾਂ ਨੂੰ ਸਾਰਾ ਕੁਝ ਪਤਾ ਹੈ ਵੀ ਕਿਹੜਾ ਕਾਂਗਰਸੀ ਹੈ, ਕਿਹੜਾ ਅਕਾਲੀ ਦਲ ਦਾ ਹੈ, ਕਿਹੜਾ ਆਜ਼ਾਦ ਆਦਮੀ ਹੈ, ਸਾਰਾ ਕੁਝ ਪਤਾ ਹੈ ਲੋਕਾਂ ਨੂੰ। ਪਰ ਮੈਂ ਤੁਹਾਨੂੰ ਇਹ ਦੱਸ ਦੇਣਾ ਚਾਹੁੰਦਾ, ਇਕੱਲੇ ਬੰਦੇ ਦੇ ਦਿਮਾਗ ਦੇ ਵਿੱਚ ਇਹ ਫਿੱਟ ਸੀ ਗਰਾਰੀ ਜੀ ਵੀ ਇਹ ਕਾਂਗਰਸ ਪਾਰਟੀ ਦਾ ਬੰਦਾ, ਇਹਨੂੰ ਜਿਤਾਉਣਾ ਅਸੀਂ। ਇਸ ਕਰਕੇ ਕਾਂਗਰਸ ਪਾਰਟੀ ਦਾ ਪ੍ਰਧਾਨ ਜਿਹੜਾ ਹੈ ਲਗਭਗ ਬਣਨਾ ਹੈ। ਲਗਭਗ ਗਿਆ ਉਹ ਤਾਂ ਤੁਹਾਡੇ ਕੋਲ ਸੀਟਾਂ ਹੈਗੀਆਂ, ਕੋਈ ਹੋਰ ਜਿੱਤੇ ਹੀ ਨਹੀਂ ਹੈ। ਦੋ ਜਿਹੜੇ ਬੀਜੇਪੀ ਸਮਰਥਨ ਜਿੱਤੇ ਨੇ ਉਹ ਵੀ ਇੰਡੀਪੈਂਡੈਂਟ ਹੀ ਜਿੱਤੇ ਨੇ, ਉਹਨਾਂ ਨੇ ਵੀ ਬੀਜੇਪੀ ਦੀ ਸਪੋਰਟ ਦੇ ਨਾਲ ਜਿੱਤੇ ਨੇ। ਮੈਂ ਇਹਨਾਂ ਨੂੰ ਪੁੱਛਣਾ ਮੋਹਨ ਸਿੰਘ ਜੀ, ਮੈਂ ਬਸ ਜੀ ਹੁਣ ਮੇਰਾ ਪੁੱਛ ਕੇ ਇਹ ਵੀ ਇਦਾਂ ਹੀ ਹੋ ਗਿਆ ਕਿਉਂਕਿ ਬਹੁਤ ਸਮਾਂ ਹੋ ਗਿਆ ਸਾਡਾ ਜਿਹੜਾ ਮੈਂ ਸਿਰਫ ਲਾਸਟ ਕੁਐਸਚਨ ਮੋਹਨ ਸਿੰਘ ਨੂੰ ਪੁੱਛਣਾ ਚਾਹੁੰਦਾ ਜੀ। ਮੈਂ ਆਪਣੀ ਜਾਣਕਾਰੀ ਲਈ ਪੁੱਛਣਾ ਚਾਹੁੰਦਾ ਜੀ ਕਿ ਪਿਛਲੇ ਸਮੇਂ ਦੇ ਵਿੱਚ ਜਿਹੜਾ ਇੱਥੋਂ ਕਾਂਗਰਸ ਦੇ ਪ੍ਰਧਾਨ ਸੀਗੇ ਹਰਜੀਤ ਸਿੰਘ ਜੀਤਾ ਜੀ, ਉਹਨਾਂ ਤੇ ਬੜੇ ਦੋਸ਼ ਲੱਗਦੇ ਰਹੇ ਆ। ਇਹਨਾਂ ਦੀ ਪਾਰਟੀ ਦੇ ਵਰਕਰ ਵੀ ਦੋਸ਼ ਲਗਾਉਂਦੇ ਰਹੇ ਆ। ਹੋਰ ਵੀ ਇਹਨਾਂ ਦੇ ਜਿਹੜੇ ਹੈਗੇ ਆ ਸਪੀਕਰ ਸਾਹਿਬ ਦੇ ਨਜ਼ਦੀਕੀ ਵਿਅਕਤੀ ਜਿਹੜੇ ਹੈਗੇ ਉਹ ਵੀ ਦੋਸ਼ ਲਾਉਂਦੇ ਰਹੇ ਆ ਵੀ ਇਹ ਠੀਕ ਨਹੀਂ ਹੈਗਾ, ਇਹਦਾ ਜਿਹੜਾ ਕੰਮ ਕਰਨ ਦਾ ਤਰੀਕਾ ਠੀਕ ਨਹੀਂ ਹੈਗਾ। ਹੋਰ ਕਰਪਸ਼ਨ ਦੇ ਹੋਰ ਦੋਸ਼ ਲੱਗਦੇ ਰਹੇ ਆ। ਕੀ ਹੁਣ ਮੋਹਨ ਸਿੰਘ ਜੀ ਜੇ ਦੁਬਾਰਾ ਉਹਨੂੰ ਪ੍ਰਧਾਨ ਬਣਾਇਆ ਜਾਂਦਾ ਉਹ ਦੋਸ਼ ਸਾਰੇ ਸਾਫ਼ ਹੋ ਜਾਣਗੇ? ਨਹੀਂ, ਐਸੀ ਕੋਈ ਗੱਲ ਨਹੀਂ ਹੈ। ਉਹਦੀ ਮਦਦ ਕਰੋਗੇ? ਨਹੀਂ, ਮੈਂ ਆਪਣੀ ਜਾਣਕਾਰੀ ਪੁੱਛਣਾ ਚਾਹੁੰਦਾ। ਐਸੀ ਕੋਈ ਗੱਲ ਨਹੀਂ ਹੈ ਕਿ ਤੁਹਾਡੇ ਕੋਲ ਵੀ ਇੱਕ ਉਮੀਦਵਾਰ ਹੈ ਨਾ। ਹਰਜੀਤ ਸਿੰਘ ਜੀਤਾ ਇੱਕ ਕਾਂਗਰਸ ਪਾਰਟੀ ਦਾ ਬੜਾ ਵਧੀਆ ਵਰਕਰ ਹੈ। ਅਸੀਂ ਇਸ ਗੱਲ ਨੂੰ ਮੰਨਦੇ ਹਾਂ ਵੀ ਉਹ ਵਰਕਰ ਹੈ, ਪ੍ਰਧਾਨ ਰਿਹਾ ਸਾਡਾ। ਅਸੀਂ ਇਹ ਗੱਲ ਨੂੰ ਵੀ ਮੰਨਦੇ ਹਾਂ ਵੀ ਸਾਡਾ ਪ੍ਰਧਾਨ ਰਿਹਾ। ਕਈ ਵਾਰੀ ਕੋਈ ਖਾਮੀਆਂ ਰਹਿ ਜਾਂਦੀਆਂ, ਕੋਈ ਗੱਲ ਨਹੀਂ, ਉਹਨੂੰ ਅਗਲੀ ਵਾਰੀ ਅਸੀਂ ਪੂਰੀਆਂ ਕਰਾਂਗੇ, ਕੋਈ ਦਿੱਕਤ ਨਹੀਂ। ਦੇਖੋ ਵੈਸੇ ਤਾਂ ਇਸ ਤੋਂ ਵੱਡੀ ਕੋਈ ਨਮੋਸ਼ੀ ਦੀ ਗੱਲ ਨਹੀਂ ਕਿ ਜਿਹੜਾ ਪਾਰਟੀ ਦਾ ਪ੍ਰਧਾਨ ਸ਼ਹਿਰ ਦਾ ਪ੍ਰਧਾਨ ਰਿਹਾ ਹੋਵੇ ਉਹ ਸਿੰਬਲ ਤੇ ਇਲੈਕਸ਼ਨ ਨਾ ਲੜੇ। ਇਸ ਤੋਂ ਵੱਡੀ ਤਾਂ ਹੋਰ ਕੋਈ ਨਮੋਸ਼ੀ ਪਾਰਟੀ ਲਈ ਨਹੀਂ ਜੀ, ਤੁਸੀਂ ਹੋ ਨਹੀਂ ਸਕਦੀ ਹੈਗੀ। ਇਹ ਤਾਂ ਤੁਸੀਂ ਗੱਲਾਂ ਕਹਿੰਦੇ ਜੀ, ਤੁਸੀਂ ਅੱਜ ਤੱਕ ਨਹੀਂ ਇਲੈਕਸ਼ਨ ਲੜਿਆ ਜੀ ਪਾਰਟੀ ਦੇ ਸਿੰਬਲ ਤੇ, ਅੱਜ ਕਿਉਂ ਲੜਿਆ? ਹੋਗੀ ਜੀ ਤੁਹਾਡੀ ਇਸ ਗੱਲ ਨਾਲ ਇਹ ਤਾਂ ਗੱਲ ਨਹੀਂ ਹੈਗੀ ਜੀ, ਇਹ ਕੋਈ ਗੱਲ ਨਹੀਂ ਹੈਗੀ। ਮੈਂ ਗੱਲ ਕਰ ਚੁੱਕਿਆ ਨੈਸ਼ਨਲ ਲੈਵਲ ਦੀ ਪਾਰਟੀ ਹੋਏ ਵਿਦਆਊਟ ਸਿੰਬਲ ਦੇ ਆਪਣੇ ਇਲੈਕਸ਼ਨ ਲੜਾਏ। ਨਹੀਂ ਚਲੋ ਵਰਕਰ ਕੋਈ ਡਰਾਈ ਕਰੇ, ਮੈਂ ਮੰਨਿਆ ਜਾਏ ਕਿ ਨਹੀਂ ਇਹ ਕਾਂਗਰਸ ਨਹੀਂ, ਇਹ ਗੱਲ ਮੈਂ ਤੁਹਾਨੂੰ ਪ੍ਰਧਾਨ ਜੀ ਇੱਕ ਮਿੰਟ, ਹੁਣ ਤੁਸੀਂ ਇੰਨਾ ਵੀ ਕੌਨਫੀਡੈਂਸ ਨਹੀਂ ਹੈਗਾ ਕਿ ਮੈਂ ਜਿਹੜਾ ਸਿੰਬਲ ਦੇ ਉੱਤੇ ਜਿੱਤ ਨਹੀਂ ਸਕਦਾ। ਅਗਰ ਗੋਗੀ ਜੀ ਮੈਂ ਜਵਾਬ ਦਿੰਦਾ, ਜਿਹੜਾ ਜਵਾਬ ਤੁਸੀਂ ਕਿਹਾ ਜੀਤੇ ਬਾਰੇ, ਜੀਤਾ ਅਗਰ ਜੀਤੇ ਦੇ ਉੱਤੇ ਭ੍ਰਸ਼ਟਾਚਾਰ ਬੇਈਮਾਨੀ ਦੇ ਤੁਸੀਂ ਕਹਿ ਰਹੇ ਹੋ ਵੀ ਬਹੁਤ ਦੋਸ਼ ਨਹੀਂ, ਮੈਂ ਨਹੀਂ ਕਹਿੰਦਾ ਜੀ, ਬਿਲਕੁਲ ਗਲਤ ਹੈ। ਇਹਨਾਂ ਦੀ ਪਾਰਟੀ ਦੇ ਵਰਕਰ ਨੇ ਪਾਰਟੀ ਲੀਡਰ ਕਹਿ ਰਹੇ ਸੀ ਇਹ ਕਾਂਗਰਸ ਪਾਰਟੀ ਫਿਰ ਜੀਤਾ ਵਨ ਸਾਈਡਡ ਜਿੱਤ ਪ੍ਰਾਪਤ ਨਾ ਕਰਦਾ। ਮੈਂ ਤੁਹਾਡੀ ਗੱਲ 300 ਤੋਂ ਮਤਲਬ 250 ਤੋਂ ਉੱਪਰ ਵੋਟਾਂ ਨਾਲ ਜਿੱਤੇ। ਦੂਸਰੀ ਗੱਲ ਅੱਜ ਸਾਡੇ ਕੋਲ ਅੱਜ ਤੋਂ 1 ਮਹੀਨਾ ਪਹਿਲਾਂ ਬਹੁਤ ਸਾਰੇ ਮੁੱਦੇ ਸੀਗੇ ਸ਼ਹਿਰ ਦੇ ਵਿੱਚ, ਲੇਕਿਨ ਪਤਾ ਨਹੀਂ ਮਹੀਨੇ 'ਚ ਕਿਹੜਾ ਜਾਦੂ ਹੋ ਗਿਆ ਵੀ ਕਾਂਗਰਸ ਵਾਲੇ ਕਹਿ ਰਹੇ ਸਾਡੇ ਮੁੱਦੇ ਹੱਲ ਹੋ ਗਏ, ਇੱਥੇ ਦੀਆਂ ਸੜਕਾਂ ਨਾਲੀਆਂ ਬਣ ਗਈਆਂ, ਇੱਥੇ ਸਟਰੀਟ ਲਾਈਟਸ ਬਣ ਗਈ ਹੈ, ਇੱਥੇ ਹੁਣ ਕੋਈ ਗਲੀ ਨਾਲੀ ਕੱਚੀ ਨਹੀਂ ਰਹਿ ਗਈ ਹੈ। ਜਿਹੜੇ ਮੁੱਦੇ ਅਸੀਂ ਚੁੱਕਦੇ ਸੀਗੇ, ਇੱਥੇ ਦੀ ਸੀਵਰੇਜ ਚੋਈ ਵੀ ਬਿਲਕੁਲ ਸਹੀ ਹੋ ਗਈ ਹੈ, ਚੱਲ ਰਹੀ ਹੈ, ਕੋਈ ਮੁੱਦਾ ਹੀ ਨਹੀਂ ਸੀ ਕਿਸੇ ਕੋਲ। ਸਾਰਿਆਂ ਨੇ ਬਿਨਾਂ ਮੁੱਦਿਆਂ ਤੋਂ ਵੋਟ ਪਾਈ ਹੈ। ਇਸ ਲਈ ਮੈਂ ਦੇਖੋ ਮੇਰਾ ਸਮਾਂ ਸਮਾਪਤ ਹੋ ਗਿਆ। ਮੈਂ ਅੱਗੇ ਡਾਵਰ ਸਾਹਿਬ ਮੈਂ ਕਲੈਰੀਫਾਈ ਕਰਨਾ ਗੱਲ ਕਰਨੀ ਚਾਹੁੰਦਾ ਕਿ ਮੈਂ ਜੀਤਾ ਤੇ ਭ੍ਰਿਸ਼ਟਾਚਾਰ ਦੇ ਦੋਸ਼ ਨਹੀਂ ਲਾ ਰਿਹਾ। ਉਹ ਇਹਨਾਂ ਦੇ ਆਪਣੀ ਪਾਰਟੀ ਦੇ ਲੀਡਰ ਜਿਹੜੇ ਸਪੀਕਰ ਸਾਹਿਬ ਦੀ ਕੋਰ ਕਮੇਟੀ ਦੇ ਮੈਂਬਰ ਹੈਗੇ ਜਿਹੜੇ ਬਣੇ ਹੋਏ ਆ,
ਇਹਨਾਂ ਦੇ ਆਪਣੇ ਵਰਕਰ ਜਿਹੜੇ ਇਹੀ ਦੋਸ਼ ਲਾਉਂਦੇ ਸੀਗੇ। ਮੈਂ ਤਾਂ ਹੀ ਇਹਨਾਂ ਨੂੰ ਪੁੱਛਿਆ ਵੀ ਭਾਈ ਇਹ ਮੇਰਾ ਦੋਸ਼ ਨਹੀਂ ਹੈ, ਨਹੀਂ ਪ੍ਰਧਾਨ ਜੀ, ਜਿਹੜਾ ਕੋਈ ਕੰਮ ਕਰੂਗਾ ਉਹਦਾ ਵਿਰੋਧ ਹੋਊਗਾ, ਜਿਹੜਾ ਕਿਸੇ ਨੇ ਕੰਮ ਨਹੀਂ ਕਰਨਾ ਉਹਦਾ ਵਿਰੋਧ ਨਹੀਂ ਹੋਣਾ। ਜਿੱਤੇ ਨੇ ਕੰਮ ਬਹੁਤ ਕੀਤੇ ਆ, ਅਸੀਂ ਦੋ ਰਹਿ ਨਹੀਂ। ਅਸੀਂ ਤਾਂ ਇਸ ਗੱਲ ਤੇ ਆ ਜਾਂਦੇ ਵੀ ਅਗਰ ਉਹਨਾਂ ਤੇ ਇਹ ਦੋਸ਼ ਲੱਗੇ ਹੈ ਤਾਂ ਉਹ ਦੋਸ਼ ਜਿਹੜੇ ਆ ਬੜਾ ਮੌਕਾ ਸੀ ਜਿਹੜੇ ਵਾਰਡ ਵਾਸੀਆਂ ਕੋਲ, ਉਹ ਦੋਸ਼ਾਂ ਦਾ ਜਵਾਬ ਦੇ ਸਕਦੇ ਸੀ, ਲੇਕਿਨ ਜੀਤਾ ਨੇ ਵਨ ਸਾਈਡਡ ਜਿੱਤ ਪ੍ਰਾਪਤ ਕੀਤੀ ਹੈ। ਔਰ ਇੱਕ ਤੁਹਾਨੂੰ ਇੱਥੇ ਹੋਰ ਦੱਸਾਂ, ਜੀਤੇ ਦੇ ਸਮਰਥਨ ਦੇ ਵਿੱਚ 7 ਜਿਹੜੇ ਹੈ ਹੋਰ MC ਆ ਉਹ ਵੀ ਜਿੱਤੇ ਅਲੱਗ-ਅਲੱਗ ਵਾਰਡਾਂ 'ਚ, ਜਿਹੜਾ ਪਤਾ ਸੀ ਵੀ ਇਹ ਹਰਜੀਤ ਸਿੰਘ ਜੀਤਾ ਇਹਨਾਂ ਨੂੰ ਸਮਰਥਨ ਕਰ ਰਿਹਾ। ਸੋ ਇੱਕ ਨਵੀਂ ਜਿਹੜੀ ਪੈੜ ਪਾਈ ਹੈ ਇਸ ਵਾਰ, ਉਹ ਦੇਖਣਾ ਗੱਲ ਇਹ ਹੈ ਮੁੱਕਦੀ ਦੋਸਤੋ ਕਿ ਜਿੱਤਿਆ ਹਾਰ ਜਿੱਤ ਹੋ ਚੁੱਕੀ ਹੈ, ਸਾਰਾ ਸਿਨੈਰੀਓ ਸਾਡੇ ਸਾਹਮਣੇ ਹੈਗਾ ਹੈ। ਅੱਗੇ ਕੀ ਹੋ ਗਿਆ, ਪਿੱਛੇ ਕੀ ਹੋ ਗਿਆ, ਇਸ ਚੀਜ਼ ਨੂੰ ਅਸੀਂ ਨਹੀਂ ਲੈਣਾ, ਕਿਉਂਕਿ ਪਿੱਛੇ ਜੋ ਹੋ ਗਿਆ ਉਹ ਤਾਂ ਹੁਣ ਇਹਨਾਂ ਨੇ ਕਹਿਤਾ ਮੁੱਦੇ ਤਾਂ ਖਤਮ ਸੀ, ਮੁੱਦੇ ਤਾਂ ਹੋਈ ਨਹੀਂ। ਅਸੀਂ ਕਹਿੰਦੇ ਆ ਵੀ ਕਾਸ਼ ਉਹ ਸਾਰੇ ਮੁੱਦੇ ਖਤਮ ਹੋ ਗਏ ਹੁਣ, ਔਰ ਜਿਹੜਾ ਅੱਗੇ ਨੂੰ ਹੈ ਸਾਰੇ ਸ਼ਹਿਰਾਂ ਦੀ, ਚਾਹੇ ਉਹ ਨੰਗਲ ਹੈ, ਅਨੰਦਪੁਰ ਸਾਹਿਬ ਹੈ, ਕੀਰਤਪੁਰ ਸਾਹਿਬ ਪਹਿਲੀ ਵਾਰ ਪੰਚਾਇਤ ਬਣੀ ਹੈ, ਨਗਰ ਪੰਚਾਇਤ, ਉਹ ਤੋਂ ਬਾਅਦ ਰੋਪੜ ਹੈ, ਇਹਦੀ ਭਲਾਈ। ਰੋਪੜ ਨੂੰ ਕਿਹਾ ਤਾਂ ਰੂਪਨਗਰ ਜਾਂਦਾ ਹੈ, ਲੇਕਿਨ ਸ਼ਹਿਰ ਵਾਸੀ ਨੂੰ ਕਰੂਪਨਗਰ ਦੇ ਨਾਂ ਨਾਲ ਹੀ ਜਾਣਦੇ ਨੇ। ਉਹਦੀ ਕਾਸ਼ ਉਹਦੀ ਕਰੂਪਤਾ ਜਿਹੜੀ ਹੈ ਉਹ ਖਤਮ ਹੋ ਸਕੇ, ਉਹ ਦਾਗ ਉਹ ਖਤਮ ਹੋ ਸਕੇ ਕੋਈ ਅਜਿਹੀ, ਕਿਉਂਕਿ ਅੱਜ ਤੱਕ ਮੱਕੜ ਸਾਹਿਬ ਦੇ ਵੀ ਦੋਸ਼ ਲੱਗਦੇ ਰਹੇ ਅਕਾਲੀ ਦਲ ਦੇ ਉੱਤੇ, ਲੇਕਿਨ ਕਾਸ਼ ਹੁਣ ਜਿਹੜਾ ਕਾਂਗਰਸ ਦਾ ਬਣੇ ਉਹ ਇੰਨਾ ਕੁ ਰੋਪੜ ਦੇ ਲਈ ਸਮਰਥਨ ਕਰੇ, ਇੰਨਾ ਕੁ ਉਹਨੂੰ ਰੂਪਵਾਨ ਬਣਾ ਦੇਵੇ ਕਿ ਗਾਂ ਨੂੰ ਉਹਨਾਂ ਲੋਕਾਂ ਨੂੰ ਵੋਟ ਮੰਗਣ ਦੇ ਲਈ ਜ਼ਰੂਰਤ ਨਾ ਪਵੇ। ਔਰ ਦੂਸਰੀ ਗੱਲ, ਇਹ SDTV ਦਾ ਨਜ਼ਰੀਆ, ਇਹਨਾਂ ਦਾ ਨਜ਼ਰੀਆ ਨਹੀਂ ਮੈਂ ਕਹਿ ਸਕਦਾ ਬਈ ਜਿਸ ਤਰ੍ਹਾਂ ਇਸ ਵਾਰ ਵੋਟਾਂ ਪਈਆਂ, ਜਿਸ ਤਰ੍ਹਾਂ ਇਹਨਾਂ ਲੋਕਾਂ ਨੇ ਵੀ ਕਿਹਾ ਹੈ ਕਿ ਇਸ ਵਾਰ ਪੈਸਾ ਤੇ ਸ਼ਰਾਬ, ਮਸਲਸ ਤੇ ਮਨੀ ਉਹ ਜਿਹੜੀ ਹੈ ਬਹੁਤ ਮਜ਼ਬੂਤ ਰਹੀ ਹੈ, ਤਾਂ ਸਾਡੀ ਇਹ ਰਾਏ ਹੈਗੀ ਹੈ ਕਿ ਗਾਂ ਤੋਂ ਜਿਹੜੀ ਵੀ ਸਰਕਾਰ ਸੱਤਾ ਦੇ ਵਿੱਚ ਆਉਂਦੀ ਹੈ, ਉਹ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਸਾਰੀਆਂ ਨਗਰ ਕੌਂਸਲਾਂ ਤੇ ਪੰਚਾਇਤਾਂ ਭੰਗ ਕਰਕੇ ਨੋਮੀਨੇਟ ਕਰ ਦੇਵੇ ਆਪਣੇ ਬੰਦਿਆਂ ਨੂੰ, ਤਾਂ ਕਿ ਸ਼ਹਿਰ ਵਾਸੀਆਂ ਦਾ ਤੇ ਆ ਜਿਹੜਾ ਲੱਖਾਂ ਕਰੋੜਾਂ ਰੁਪਇਆ ਇਹ ਸ਼ਰਾਬ ਤੇ ਨਸ਼ਿਆਂ ਦੇ ਵਿੱਚ ਵੰਡਿਆ ਜਾਂਦਾ ਹੈ, ਲੋਕਾਂ ਤਾਈਂ ਵੰਡਿਆ ਜਾਂਦਾ, ਇਹ ਖਤਮ ਹੋ ਜਾਵੇ। ਜੇ ਹੋਣਾ ਇਸ ਤਰ੍ਹਾਂ ਹੀ ਹੈ, ਇਸ ਤਰ੍ਹਾਂ ਹੀ ਇੱਕ ਸਾਈਡਡ ਹੀ ਬੰਦੇ ਬਣਾ ਦੇਣੇ ਆ, ਤਾਂ ਬਿਹਤਰ ਇਹਦੇ ਵਿੱਚ ਹੋਏਗਾ ਕਿ ਇਹ ਨੋਮੀਨੇਸ਼ਨ ਜਿਹੜੀ ਹੈ ਉਹ ਕਰਕੇ ਪ੍ਰਧਾਨ ਨੂੰ ਤੇ MCਆਂ ਨੂੰ ਬਣਾ ਦਿੱਤਾ ਜਾਵੇ, ਤਾਂ ਕਿ ਸ਼ਹਿਰ ਵਾਸੀਆਂ ਦਾ ਕਿਤੇ ਨਾ ਕਿਤੇ ਭਲਾ ਹੋ ਸਕੇ। ਸੋ ਅੱਜ ਗੋਗੀ ਭਾਜੀ ਤੁਹਾਡਾ ਬਹੁਤ ਧੰਨਵਾਦ, ਗਿੱਲ ਸਾਹਿਬ ਤੁਹਾਡਾ ਵੀ ਬਹੁਤ ਧੰਨਵਾਦ, ਭਸੀਨ ਸਾਹਿਬ ਤੁਹਾਡਾ ਵੀ ਧੰਨਵਾਦ, ਦੋਸਤੋ ਤੁਹਾਡਾ ਵੀ ਕਰਦੇ ਹੋਏ ਧੰਨਵਾਦ, ਇਸ ਰਿਕੁਐਸਟ ਦੇ ਨਾਲ ਕਿ ਦੋਸਤੋ ਤੁਸੀਂ SDTV ਪ੍ਰਾਈਮ ਦੇ ਨਾਲ ਜੁੜਦੇ ਹੋ, ਸਾਡੇ ਪ੍ਰੋਗਰਾਮ ਪਸੰਦ ਕਰਦੇ ਹੋ ਤੁਸੀਂ, ਲੇਕਿਨ ਜਿਨ੍ਹਾਂ ਨੇ ਹਾਲੇ ਤੱਕ SDTV ਪ੍ਰਾਈਮ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਸਬਸਕ੍ਰਾਈਬ ਕਰਨ ਤੋਂ ਬਾਅਦ ਬੈਲ ਆਈਕਨ ਜ਼ਰੂਰ ਦਬਾ ਦੇਣਾ, ਤਾਂ ਕਿ ਸਾਡੇ ਪ੍ਰੋਗਰਾਮ ਤੁਹਾਡੇ ਤੱਕ ਪੁੱਜਦੇ ਰਹਿ ਸਕਣ। ਹੁਣ ਫਿਰ ਕੋਈ ਹੋਰ ਪ੍ਰੋਗਰਾਮ ਲੈ ਕੇ ਤੁਹਾਡੇ ਰੂਬਰੂ ਜਲਦੀ ਹੀ ਦੁਬਾਰਾ ਫਿਰ ਪੇਸ਼ ਹੋਵਾਂਗੇ। ਫਿਲਹਾਲ ਸ਼ਮੀ ਡਾਬਰਾ ਨੂੰ ਦਿਓ ਇਜਾਜ਼ਤ, ਨਮਸਕਾਰ।